ਤੁਸੀਂ ਗੁਰਬਾਣੀ ਪ੍ਰਸਾਰਣ ਲਈ ਇੱਕ ਆਪਣਾ ਚੈਨਲ ਸ਼ੁਰੂ ਕਰੋ। ਇੱਕ ਪ੍ਰਾਈਵੇਟ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਣ ਨਹੀਂ ਕਰਨਾ ਚਾਹੀਦਾ। ਮੋਨੋਪੋਲੀ ਤੇ ਇੱਕ ਪਾਰਟਿਕੂਲਰ ਚੈਨਲ ਵਿਸ਼ੇਸ਼ ਨੂੰ ਇਹ ਲਿਵਰੇਜ ਦਿੱਤੀ ਜਾ ਰਹੀ ਹੈ, ਜਿਸ ਦੇ ਕਾਰਨ ਉਸ ਚੈਨਲ ਨੂੰ ਬਹੁਤ ਫਾਇਦਾ ਹੋਇਆ। ਉਸ ਦਾ ਇੱਕ ਚੈਨਲ 5 ਜਾਂ 6 ਚੈਨਲ ਦੇ ਵਿੱਚ ਤਬਦੀਲ ਹੋ ਗਿਆ, ਕਿਉਂਕਿ ਬੇਸਿਕਲੀ ਕਿਸੇ ਦੀ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਦੀ ਆਪਣੀ ਕੰਪਨੀ ਸੀ। ਅੱਛਾ, SGPC ਦਾ ਵੱਖਰਾ ਸੈਟੇਲਾਈਟ ਚੈਨਲ ਖੁੱਲ੍ਹਣ ਦਾ ਮਤਲਬ ਡਾਇਰੈਕਟਲੀ ਇਹ ਸੀ ਕਿ PTC ਤੋਂ ਸੈਟੇਲਾਈਟ ਚੈਨਲ ਦੇ ਰਾਈਟਸ ਜਿਹੜੇ ਗੁਰਬਾਣੀ ਟੈਲੀਕਾਸਟ ਦੇ ਰਾਈਟਸ ਖੁੱਸਦੇ ਸੀ ਤੇ ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਭਵਿੱਖ ਦੇ ਵਿੱਚ ਹੋਣਾ ਹੀ ਹੋਣਾ ਹੈ। ਬਾਰ-ਬਾਰ PTC ਦੀ ਮੈਨੇਜਮੈਂਟ ਤਾਂ ਇਹ ਕਹਿੰਦੀ ਹੋਈ ਨਜ਼ਰ ਆਈ ਜੀ ਸਾਨੂੰ ਸੁਖਬੀਰ ਬਾਦਲ ਨੇ 9 ਕਰੋੜ ਸਟਾਰਟਿੰਗ ਦੇ ਵਿੱਚ ਦਿੱਤੇ ਸੀ, ਉਸ ਤੋਂ ਬਾਅਦ ਕਦੇ ਕੋਈ ਪੈਸਾ ਨਹੀਂ ਦਿੱਤਾ। ਤਮਾਮ 15 ਸਾਲਾਂ ਦੇ ਵਿੱਚ ਕਿੰਨਾ PTC ਦਾ ਜਿਹੜਾ ਇੱਕ ਸਾਲ ਦਾ ਇਹਦਾ ਟਰਨਓਵਰ ਔਨ ਐਨ ਐਵਰੇਜ, ਮੈਂ ਗਲਤ ਨਹੀਂ ਹੋਵਾਂਗਾ, ਤਕਰੀਬਨ 35 ਤੋਂ 40 ਕਰੋੜ ਦਾ ਇਹਨਾਂ ਦਾ ਟਰਨਓਵਰ ਹੋਇਆ ਕਰਦਾ ਸੀਗਾ। ਜਿਸ ਬੰਦੇ ਦੇ ਹੱਥ ਦੇ ਵਿੱਚ ਉਹ ਰਾਈਟ ਸੀ, ਜਿਸ ਦੇ ਨਾਂ ਦੇ ਉੱਤੇ ਦਿੱਤੇ ਗਏ ਸੀ, ਉਸਨੇ ਬੰਬੇ ਦੇ ਇੱਕ JS ਕੋਹਲੀ ਨਾਂ ਦੇ ਇੱਕ ਹੋਰ ਬ੍ਰਾਡਕਾਸਟਰ ਸੀ, ਹੀ ਇਜ਼ ਅ ਸਿੱਖ, ਬੜੇ ਡਿਵੋਟ ਸਿੱਖ ਨੇ, ਉਹਨਾਂ ਨੂੰ ਟ੍ਰਾਂਸਫਰ ਕਰਤੇ ਰਾਈਟਸ। ਅੱਛਾ, ਦੇਤੇ। ETC ਪੰਜਾਬੀ ਵਾਸ ਦਾ ਫਰਸਟ ਨੈਟਵਰਕ ਜਿਹਨੇ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਨੂੰ ਕੀਤਾ। JS ਕੋਹਲੀ ਤੋਂ ਫਿਰ ਇਹ ETC ਪੰਜਾਬੀ ਲਾਂਚ ਹੁੰਦਾ ਹੈ। ETC ਪੰਜਾਬੀ ਜ਼ੀ 'ਚ ਮਰਜ ਕਰਦਾ ਹੈ। ਫਾਈਨਲੀ ਜਿਹੜੇ ਰਾਈਟਸ ਜ਼ੀ ਤੋਂ ਨਿਕਲ ਕੇ GNX ਕੋਲ ਆਉਂਦੇ ਨੇ ਤੇ ਅੱਜ ਤੱਕ ਉਹ ਪ੍ਰਸਾਰਣ ਉਵੇਂ ਹੀ ਹੋ ਰਿਹਾ ਸੀ। ਬਹੁਤ ਸੇ ਲੋਕਾਂ ਨੇ ਈਵਨ ਹਾਈ ਕੋਰਟ ਤੱਕ ਇਹ ਮੁਕੱਦਮਾ ਗਿਆ ਕਿ ਗੁਰਬਾਣੀ ਦਾ ਪ੍ਰਸਾਰਣ ਦੇ ਉੱਤੇ ਏਕਾਧਿਕਾਰ ਨਾ ਹੋਵੇ, ਲੇਕਿਨ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਪਟੀਸ਼ਨ ਸੀ ਉਹ ਕਿਤੋਂ ਕੋਈ ਨਿਬੇੜਾ ਨਹੀਂ ਹੋ ਪਾਇਆ, ਉਹ ਵਿਡਰਾ ਕਰ ਲਈਆਂ ਗਈਆਂ, ਜਾਂ ਕਹਿ ਲਓ ਕਿ ਉਹ ਡਿਸਮਿਸ ਹੋ ਗਈਆਂ ਪਟੀਸ਼ਨਸ। ਜਿਹੜਾ ਅਦਾਰਾ ਮੈਡੀਕਲ ਕਾਲਜ ਚਲਾ ਸਕਦਾ ਹੈ, ਜਿਹੜਾ ਅਦਾਰਾ ਯੂਨੀਵਰਸਿਟੀਆਂ ਰਨ ਕਰ ਸਕਦਾ ਹੈ, ਉਹਦੇ ਲਈ ਸੈਟੇਲਾਈਟ ਚੈਨਲ ਚਲਾਉਣਾ ਕੀ ਵੱਡੀ ਗੱਲ ਹੈ। ਤੇ ਨਾਲ ਸੈਟੇਲਾਈਟ ਚੈਨਲ ਖੁਦ SGPC ਦੇ ਪ੍ਰਧਾਨ ਨੇ ਤਾਂ CEO ਬਣ ਨਹੀਂ ਜਾਣਾ ਉਹਦੇ ਲਈ ਤਾਂ ਉਹਨਾਂ ਨੂੰ ਇੱਕ ਪ੍ਰੋਫੈਸ਼ਨਲ ਟੀਮ ਹਾਇਰ ਕਰਨਗੇ ਤੇ ਉਹਨਾਂ ਤੋਂ ਕੰਮ ਲੈਣਗੇ। नमस्कार, आदाब, सत श्री अकाल। इस प्रोग्राम में एक बार फिर से मैं मनीमुख शर्मा आप सबका इस्तकबाल करता हूं। आज हम बात करेंगे पंजाब में पिछले कुछ दिनों में गुरबानी पर जो सियासत हो रही है। जो एक चैनल की इजारादारी थी जो 23 तारीख को ख़त्म हो गई है, जो अकाल तख्त से जो दरबार साहब से जो सीधा प्रसारण होता है गुरबानी का, पूरी दुनिया में जाता है, वो एक चैनल दिखा रही थी, लेकिन 23 जुलाई को उसकी मोनोपोली ख़त्म हो गई है। उसके बाद से जो है हमने देखा पिछले कल ही 24 जुलाई को कि YouTube में SGPC का चैनल भी आ गया है। क्या सियासत है, इसमें बारीकियां क्या हैं, इसके बारे में बात करने के लिए आज फिर से मेरे साथ जुड़े हैं मेरे सहयोगी रितेश लकी साहब। रितेश जी, आपका बहुत बहुत स्वागत है। बहुत बहुत धन्यवाद मनी जी। क्या हो रहा है आपको ज़रा बताइए हमारे दर्शकों के लिए कि ये मोनोपोली ख़त्म हो गई, लेकिन हुई क्या, अनऑफिशियली क्या फिर से चल रही है, ये YouTube में चैनल क्यों आया है, थोड़ा हमें बताइए, इसमें थोड़ा डिटेल में बताइए क्या हो। मनी जी देखो, जिवें सारे दर्शक जानते हैगे ने कि गुरबाणी का प्रसारण पिछले तकरीबन 1.5 दहाके तो 15 साल तो एक पर्टिकुलर चैनल PTC चैनल करता पिया है, जो कि ਸੁਖਬੀਰ ਸਿੰਘ ਬਾਦਲ ਦਾ ਚੈਨਲ ਹੈ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ। ਸੋ ਗੁਰਬਾਣੀ ਤੇ ਪ੍ਰਸਾਰਣ ਉੱਤੇ ਇੱਕ ਏਕਾਧਿਕਾਰ ਜਿਸ ਨੂੰ ਕਹਿੰਦੇ ਆ, ਯਾਨੀ ਕਿ ਇੱਕ ਮੋਨੋਪੋਲੀ ਸੀ। ਸੋ ਉਸ ਨੂੰ ਤੋੜਨ ਲਈ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਉਸ ਵਕਤ ਸੀ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਕਾਲ ਦਿੱਤੀ SGPC ਨੂੰ। ਉਹਨਾਂ ਨੇ ਇੱਕ ਡਾਇਰੈਕਟਿਵ ਇੱਕ ਤਰੀਕੇ ਨਾਲ ਦਿੱਤਾ ਸੀ ਤੇ ਕਿਹਾ ਸੀ ਕਿ ਤੁਸੀਂ ਗੁਰਬਾਣੀ ਪ੍ਰਸਾਰਣ ਲਈ ਇੱਕ ਆਪਣਾ ਚੈਨਲ ਸ਼ੁਰੂ ਕਰੋ। ਇੱਕ ਪ੍ਰਾਈਵੇਟ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਣ ਨਹੀਂ ਕਰਨਾ ਚਾਹੀਦਾ, ਕਿਉਂਕਿ ਗੁਰਬਾਣੀ ਦਾ ਪ੍ਰਸਾਰਣ ਇੱਕ ਬੜਾ ਹੀ ਜਿਸ ਨੂੰ ਕਹਿ ਸਕਦੇ ਕਿ ਇੱਕ ਹਾਈ ਲੈਵਲ ਦੀ ਇੱਕ ਪ੍ਰੋਡਕਸ਼ਨ ਵੀ ਹੈ, ਹਾਈ ਲੈਵਲ ਦਾ ਇੱਕ ਵੈਲਿਊ ਵਾਲਾ ਕੰਟੈਂਟ ਵੀ ਹੈ। ਤੇ ਰਿਲੀਜੀਅਸਲੀ ਸੈਂਸਿਟਿਵ ਵੀ ਹੈ ਇਹ ਚੀਜ਼। ਰਿਲੀਜੀਅਸਲੀ ਸੈਂਸਿਟਿਵ ਹੈ, ਲੇਕਿਨ ਰਿਲੀਜੀਅਸਲੀ ਸੈਂਸਿਟਿਵ ਨੂੰ ਤਾਂ ਤੁਸੀਂ ਇੱਕ ਕੋਡ ਆਫ ਕੰਡਕਟ ਦੇ ਦਾਇਰੇ ਦੇ ਵਿੱਚ ਰਹਿ ਕੇ, ਮਰਿਆਦਾ ਦੇ ਵਿੱਚ ਰਹਿ ਕੇ ਉਸਦੇ ਪ੍ਰਸਾਰਣ ਨੂੰ ਪਿਛਲੇ 15 ਸਾਲਾਂ ਤੋਂ PTC ਨੇ ਕੀਤਾ। ਉਸ ਤੋਂ ਪਹਿਲਾਂ ਹੋਰ ਵੀ ਚੈਨਲਾਂ ਨੇ ਇਸ ਨੂੰ ਕੀਤਾ, ਜਿਸ ਦੇ ਵਿੱਚ ਜ਼ੀ ਨੈਟਵਰਕ ਦਾ ETC ਚੈਨਲ ਸ਼ਾਮਲ ਸੀ। ਸੋ ਇਸ ਤਰੀਕੇ ਦੇ ਨਾਲ ਕਈ ਚੈਨਲਾਂ ਨੇ ਇਸ ਨੂੰ ਕੀਤਾ, ਲੇਕਿਨ ਮਰਿਆਦਾ ਦਾ ਕੋਈ ਉਸ ਤਰੀਕੇ ਦੀ ਵਾਇਓਲੇਸ਼ਨ ਦਾ ਕਦੇ ਇਸ਼ੂ ਉਵੇਂ ਦਾ ਬਣਿਆ ਨਹੀਂ। ਮੁੱਦਾ ਸਿਰਫ ਇੰਨਾ ਸੀ ਕਿ ਏਕਾਧਿਕਾਰ, ਮੋਨੋਪੋਲੀ ਤੇ ਇੱਕ ਪਾਰਟਿਕੂਲਰ ਚੈਨਲ ਵਿਸ਼ੇਸ਼ ਨੂੰ ਇਹ ਲਿਵਰੇਜ ਦਿੱਤੀ ਜਾ ਰਹੀ ਹੈ, ਜਿਸ ਦੇ ਕਾਰਨ ਉਸ ਚੈਨਲ ਨੂੰ ਬਹੁਤ ਫਾਇਦਾ ਹੋਇਆ। ਉਸ ਦਾ ਇੱਕ ਚੈਨਲ 5 ਜਾਂ 6 ਚੈਨਲ ਦੇ ਵਿੱਚ ਤਬਦੀਲ ਹੋ ਗਿਆ। ਉਹਦੀ ਰੇਟਿੰਗਸ ਕਾਫੀ ਹਾਈ ਸੀ। ਮੁਕਾਬਲੇਬਾਜ਼ੀ ਤੇ ਕੰਪੀਟੀਟਿਵਨੈਸ ਦੇ ਵਿੱਚ ਆਪਣੇ ਜਿਹੜੇ ਕੰਟੈਂਪਰੇਰੀ ਹੋਦੇ ਮੁਕਾਬਲੇ ਦੇ ਵਿੱਚ ਚੈਨਲ ਹੈਗੇ ਨੇ ਹੋਰ ਰੀਜਨਲ ਪੰਜਾਬੀ ਚੈਨਲ, ਉਹਨਾਂ ਦੇ ਮੁਕਾਬਲੇ ਉਸ ਨੂੰ ਰੇਟਿੰਗ ਦਾ ਬਹੁਤ ਲਾਹਾ ਮਿਲਦਾ ਹੈ। ਸੋ ਉਸ ਕਾਰਨ ਉਸ ਦਾ ਬਿਜ਼ਨਸ ਵੀ ਵਧਿਆ ਤੇ ਸਾਰਾ ਦਾ ਸਾਰਾ ਜਿਹੜਾ ਬਿਜ਼ਨਸ ਸੀ ਜਾਂ ਜਿਹੜਾ ਪ੍ਰੋਫਿਟ PTC ਨੇ ਕਮਾਇਆ, ਉਹ ਜੇ ਆਪਾਂ ਕਹੀਏ ਤਾਂ ਇਸ ਨੂੰ ਵਾਸ ਰੂਟਡ ਬੈਕ ਟੂ देयर पेरेंट कंपनी, जो कि बेसिकली किसी दी नहीं बल्कि सुखबीर सिंह बादल दी अपनी कंपनी सी। अच्छा, आपने जैसे मर्यादा की बात की तो थोड़ा हमें थोड़ा बताइए ना, ये मतलब इसके ऑन ग्राउंड इसका क्या मतलब है,
क्या उसमें कोई एड्स रिलेटेड कोई चीज़ है, क्या है, थोड़ा ज़रा अगर बताइए। देखिए ਮਰਿਆਦਾ ਬੜੀ ਕਲੀਅਰ ਹੈ ਕਿ ਗੁਰਬਾਣੀ ਦੇ ਪ੍ਰਸਾਰਣ ਵਕਤ ਉਸ ਵਕਤ ਸਕਰੀਨ ਦੇ ਉੱਤੇ ਤੁਸੀਂ ਕੋਈ ਹੋਰ ਐਡ ਸਟ੍ਰਿਪਸ ਬਾਟਮ ਬੈਂਡਸ ਵਗੈਰਾ ਨਹੀਂ ਚਲਾ ਸਕਦੇ, ਕੋਈ ਇਸ਼ਤਿਹਾਰ ਨਹੀਂ ਚਲਾ ਸਕਦੇ, ਕੋਈ ਅਜਿਹਾ ਈਵਨ ਖਬਰਾਂ ਨਹੀਂ ਚਲਾ ਸਕਦੇ, ਕੋਈ ਤੁਹਾਡੀ ਬ੍ਰੇਕਿੰਗ ਨਿਊਜ਼ ਨਹੀਂ ਚੱਲ ਸਕਦੀ ਫॉर दैट ਪਾਰਟਿਕੂਲਰ ਪੀਰੀਅਡ ਆਫ ਟਾਈਮ। ਗੁਰਬਾਣੀ ਦੇ ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਦੇ ਵਿੱਚ ਤੁਸੀਂ ਕੋਈ ਕਮਰਸ਼ੀਅਲ ਰਨ ਨਹੀਂ ਕਰ ਸਕਦੇ। ਸੋ ਇਟ ਸ਼ੁੱਡ ਨਾਟ ਬੀ ਪਰਸੀਵਡ ਦੈਟ ਗੁਰਬਾਣੀ ਦੇ ਪ੍ਰਸਾਰਣ ਤੋਂ ਤੁਸੀਂ ਮੋਨਿਟਰੀ ਗੇਨਸ ਜਾਂ ਕੋਈ ਰੈਵਨਿਊ ਕਮਾਉਣ ਦੀ ਕੋਸ਼ਿਸ਼ ਕੀਤੀ। ਹੁਣ ਇੱਕ ਤਰਕ ਸੀ ਜੋ ਕਿ ਪੀਟੀਸੀ ਦੀ ਮੈਨੇਜਮੈਂਟ ਦਿੰਦੀ ਰਹੀ ਕਿ ਜੀ ਅਸੀਂ ਅੱਧਾ ਘੰਟਾ ਅੱਗੇ ਅੱਧਾ ਘੰਟਾ ਪਿੱਛੇ ਕਦੇ ਪੈਸਾ ਨਹੀਂ ਲਿਆ, ਕੋਈ ਸਟ੍ਰਿਪ ਨਹੀਂ ਚਲਾਈ, ਅਸੀਂ ਗੁਰਬਾਣੀ ਨੂੰ ਮੋਨੇਟਾਈਜ਼ ਨਹੀਂ ਕੀਤਾ। ਲੇਕਿਨ ਗੁਰਬਾਣੀ ਦੀ ਜਿਹੜੀਆਂ GRPs ਜਿਹੜੇ TRPs ਦੀ ਸ਼ਕਲ ਦੇ ਵਿੱਚ ਜਿਹੜੇ GRPs ਪੀਟੀਸੀ ਨੂੰ ਓਵਰ ਆਲ ਥੀਸ ਡੈਕੇਡਸ ਮਿਲੇ ਨੇ, ਉਹਨਾਂ ਦੇ ਨਾਲ ਉਹਨਾਂ ਦੀ ਇੱਕ ਐਕਸਪੋਨੈਂਸ਼ੀਅਲ ਗਰੋਥ ਹੋਈ ਹੈ ਇਨ ਟਰਮਸ ਆਫ ਬ੍ਰਿੰਗਿੰਗ ਆਊਟ ਅ ਬੂਕੇ ਆਫ ਚੈਨਲਸ। ਇਹਦੇ ਵਿੱਚ ਕੋਈ ਅਜਿਹਾ ਸਮਾਂ ਵੀ ਰਿਹਾ ਜਦੋਂ 2-3 ਚੈਨਲਾਂ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਸਾਈਮਲਟੇਨੀਅਸਲੀ ਹੋਇਆ। ਈਵਨ ਐਸ ਟੂਡੇ PTC ਪੰਜਾਬੀ ਤੇ PTC ਸਿਮਰਨ ਇੱਕ ਅਲੱਗ ਚੈਨਲ ਖੜਾ ਕਰਤਾ ਗਿਆ। ਕਿਸੇ ਸਮਾਂ ਸੀਗਾ ਜਦੋਂ ਸ਼ੁਰੂ ਹੋਇਆ ਸੀ ਤਾਂ PTC ਨਿਊਜ਼ ਵਿਚ ਵਾਜ਼ ਅ ਨਿਊਜ਼ ਚੈਨਲ, ਨਿਊਜ਼ ਲਾਇਸੈਂਸ ਦੇ ਅੰਡਰ ਚੱਲਦਾ ਸੀ ਉਹ ਚੈਨਲ, ਉਹਦੇ ਉੱਤੇ ਗੁਰਬਾਣੀ ਸਵੇਰੇ ਸ਼ਾਮ ਪ੍ਰਸਾਰਿਤ ਹੁੰਦੀ ਸੀ। ਆਮ ਟਾਕਿੰਗ ਅਬਾਊਟ 2007 and 8 ਐਂਡ I was one of the part of that initial team ਜਿਸ ਨੇ ਕਿ PTC ਦੇ ਆਪਰੇਸ਼ਨਸ ਨੂੰ ਸ਼ੁਰੂ ਕੀਤਾ ਸੀ। ਮੈਂ ਔਨ ਦਾ ਐਡੀਟੋਰੀਅਲ ਸਾਈਡ, ਮੈਂ ਐਡੀਟੋਰੀਅਲ ਸਾਈਡ ਤੇ ਸੀ। ਸੋ ਇਹ ਇੱਕ ਗੱਲ ਤਾਂ ਇੱਕ ਅਧਿਕਾਰ ਤੋੜਨ ਦੀ ਸੀ। ਲੇਕਿਨ ਜੋ ਮੈਨੂੰ ਇਸ ਵਕਤ ਸਮਝ ਵਿੱਚ ਆ ਰਹੀ ਹੈ ਗੱਲਬਾਤ, ਇਹ ਜਿਹੜਾ SGPC ਵੱਲੋਂ ਫੈਸਲਾ ਲਿਆ ਗਿਆ ਹੈ, ਇਹਦੇ 'ਚ ਇਹਨਾਂ ਨੇ ਆਪਣਾ YouTube ਤੇ Facebook ਚੈਨਲ ਸ਼ੁਰੂ ਕੀਤਾ ਐਂਡ ਮੈਨੂੰ ਲੱਗਦਾ ਵੀ ਇਹ ਫੈਸਲਾ ਇਹਨਾਂ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਲਿਆ, ਜਿਸ ਤੋਂ ਬਾਅਦ ਕਿ ਸੈਟੇਲਾਈਟ ਚੈਨਲ ਇੱਕ ਲਾਂਚ ਕਰੇਗੀ SGPC। ਇਹ ਇੱਕ ਫਾਈਨਲ ਮੋਹਰ ਲੱਗੀ ਕਿਉਂਕਿ ਇਹ ਖਬਰ ਅਨਾਉਂਸ ਕੀਤੀ ਗਈ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਕਿ ਅਸੀਂ ਇੱਕ ਸੈਟੇਲਾਈਟ ਚੈਨਲ ਵੀ ਲਾਂਚ ਕਰਨਾ ਹੈ। YouTube ਤੇ Facebook ਸੋਸ਼ਲ ਮੀਡੀਆ ਪਲੇਟਫਾਰਮ ਨੇ ਤੇ ਉਹ SGPC ਦੇ ਆਪਣੇ ਪਲੇਟਫਾਰਮ ਨਹੀਂ ਹੈਗੇ ਨੇ, ਬਿਕੋਜ਼ YouTube ਐਂਡ ਯੂ ਨੋ ਇਟ ਬੈਟਰ ਦੈਨ ਐਨੀਬਡੀ ਐਲਸ ਕਿ ਉਹ ਤਾਂ ਮੈਟਾ ਦੇ ਹੈਗੇ ਨੇ ਜਾਂ ਗੂਗਲ ਦੇ ਹੈਗੇ ਨੇ। ਸੋ ਤੁਹਾਡਾ ਤਾਂ ਪਲੇਟਫਾਰਮ ਨਹੀਂ ਹੋਇਆ। ਸੋ ਤੁਹਾਡਾ ਪਲੇਟਫਾਰਮ ਇੱਕ ਸੈਟੇਲਾਈਟ ਚੈਨਲ ਹੋ ਸਕਦਾ ਹੈ। ਇਸ ਚੀਜ਼ ਨੂੰ ਸਮਝਣ ਦੇ ਵਿੱਚ SGPC ਦੀ ਮੈਨੇਜਮੈਂਟ ਨੂੰ ਪਿਛਲਾ 1-1.25 ਸਾਲ ਲੱਗ ਗਿਆ ਕਿਉਂਕਿ ਸ਼ਾਇਦ ਇਹ ਚਾਹੁੰਦੀ ਨਹੀਂ ਸੀ SGPC ਜਾਂ ਉਸਦੇ ਜਿਹੜੇ ਫੰਕਸ਼ਨਰੀਜ਼ ਕਿ ਇੱਕ ਸੈਟੇਲਾਈਟ ਚੈਨਲ ਅਸੀਂ ਲਾਂਚ ਕਰੀਏ ਤੇ ਦਬਾਅ ਵੀ ਉਹਨਾਂ ਦੇ ਉੱਤੇ ਰਿਹਾ ਹੋ ਸਕਦਾ। ਦੇ ਮਸਟ ਬੀ ਅੰਡਰ ਅ ਲੋਟ ਆਫ ਪ੍ਰੈਸ਼ਰ ਬਿਕੋਜ਼ SGPC ਦਾ ਵੱਖਰਾ ਸੈਟੇਲਾਈਟ ਚੈਨਲ ਖੁੱਲ੍ਹਣ ਦਾ ਮਤਲਬ ਡਾਇਰੈਕਟਲੀ ਇਹ ਸੀ ਕਿ PTC ਤੋਂ ਸੈਟੇਲਾਈਟ ਚੈਨਲ ਦੇ ਰਾਈਟਸ ਜਿਹੜੇ ਗੁਰਬਾਣੀ ਟੈਲੀਕਾਸਟ ਦੇ ਰਾਈਟਸ ਖੁੱਸਦੇ ਸੀ ਤੇ ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਭਵਿੱਖ ਦੇ ਵਿੱਚ ਹੋਣਾ ਹੀ ਹੋਣਾ ਹੈ। ਲੇਕਿਨ ਨਾਓ ਉਹਨਾਂ ਦੀ ਹੋਰ ਐਕਸਟੈਂਡ ਕਰਤੇ ਗਏ ਜਿਹੜਾ ਰਾइट्स हैगे ने। हाँ, तो ज़रा ये बताइए कि ये मोनोपोली बनी कैसे? मतलब ये मुझे जो जैसे इससे पहले नहीं मालूम था कि एक ही चैनल के पास ये राइट है या फिर एक फैमिली के पास आप कह सकते हैं कि ये राइट है काफ़ी टाइम से, लेकिन ये हुआ कैसे? मतलब किस तरह से एक इतना बड़ा एक रिलीजियस अथॉरिटी है SGPC और दरबार साहब का जो है गुरबानी वो पूरी दुनिया में दिखाया जाता है, ये एक चैनल के पास ये हुआ ही क्यों? क्या मतलब थोड़ा आप बताएंगे थोड़ा? देखो ये ਤੁਸੀਂ ਬੜਾ ਇੱਕ ਇੰਪੋਰਟੈਂਟ ਸਵਾਲ ਪੁੱਛਿਆ। ਇਟਸ ਅ ਵੈਰੀ ਰੈਲੇਵੈਂਟ ਕੁਐਸਚਨ ਵੀ ਇਹ ਕਿਉਂ। ਹਾਂ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ, ਲਾਈਵ ਪ੍ਰਸਾਰਣ ਨੂੰ ਲੈ ਕੇ ਇੱਕ ਅਜਿਹਾ ਨੈਰੇਟਿਵ ਬਣਾਇਆ ਗਿਆ ਜੋ ਕਿ ਸਮ ਵੈਸਟਡ ਇੰਟਰਸਟ ਨੇ ਬਣਾਇਆ ਕਿ ਜੀ ਗੁਰਬਾਣੀ ਦੀ ਬੋਲੀ ਨਹੀਂ ਲੱਗਣੀ ਚਾਹੀਦੀ, ਗੁਰਬਾਣੀ ਦੇ ਪ੍ਰਸਾਰਣ ਦੇ TV ਰਾਈਟਸ ਨੂੰ ਲੈ ਕੇ ਕਦੇ ਠੇਕੇ ਨਹੀਂ ਹੋਣੇ ਚਾਹੀਦੇ, ਟੈਂਡਰ ਨਹੀਂ ਹੋਣਾ ਚਾਹੀਦਾ। ਜਿਹੜਾ ਹੁਣ ਗੁਰਦੁਆਰਾ ਐਕਟ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਚੇਂਜ ਕਰਨ ਦੀ ਜਦੋਂ ਗੱਲ ਕੀਤੀ ਤਾਂ ਭਗਵੰਤ ਮਾਨ ਬਾਰ-ਬਾਰ ਖੁਦ ਵੀ ਭਗਵੰਤ ਮਾਨ ਇਹ ਕਹਿ ਰਹੇ ਸੀ ਵੀ ਠੇਕੇ ਨਹੀਂ ਹੋਣੇ ਚਾਹੀਦੇ, ਟੈਂਡਰ ਨਹੀਂ ਹੋਣੇ ਚਾਹੀਦੇ। ਇਸ ਤੋਂ ਪਹਿਲਾਂ ਬਹੁਤ ਲੋਕ ਕਹਿੰਦੇ ਰਹੇ ਨੇ। ਹੁਣ ਕਹਿਣ ਦਾ ਮਤਲਬ ਇਹ ਸੀ ਕਿ ਉਹ ਪਵਿੱਤਰ ਗੁਰਬਾਣੀ ਦੀ ਬੋਲੀ ਨਾ ਲੱਗੇ, ਹੈ ਨਾ ਜੀ, ਪਵਿੱਤਰ ਗੁਰਬਾਣੀ ਦੇ ਬਾਰੇ ਕੋਈ ਅਜਿਹੀ ਗੱਲਬਾਤ ਨਾ ਹੋਵੇ ਅਸੀਂ ਉਹਨੂੰ ਕੰਪੈਟੀਟਿਵ ਬਿਡਿੰਗ ਦੇ ਜ਼ਰੀਏ ਉਸਦੀ ਵੈਲਿਊਏਸ਼ਨ ਕਰਦੇ ਪਏ ਹਾਂ ਵੀ ਕਿਹੜਾ ਚੈਨਲ ਜਾਂ ਕਿਹੜਾ ਅਦਾਰਾ ਕਿੰਨਾ ਉਹਨੂੰ ਰੇਟ ਕਰ ਸਕਦਾ, ਵੈਲਿਊ ਕਰ ਸਕਦਾ। ਲੇਕਿਨ ਇਹਦਾ ਨੁਕਸਾਨ ਇਹ ਹੋਇਆ ਇਸ ਨੈਰੇਟਿਵ ਦਾ ਕਿ ਜੀ ਕੋਈ ਟੈਂਡਰ ਨਹੀਂ ਹੋਏਗਾ ਕਿ ਪੂਰੀ ਦੇ ਪੂਰੀ ਕੰਪੈਟੀਟਿਵ ਪ੍ਰੋਸੈਸ ਨੂੰ ਲਿਟਰਲੀ ਖਤਮ ਕਰਤਾ ਗਿਆ ਤੇ ਇੱਕ ਏਕਾਧਿਕਾਰ ਬਣ ਗਿਆ ਤੇ ਬਿਨਾਂ ਕਿਸੇ ਇਸ ਸੰਭਾਵਨਾ ਨੂੰ ਤਲਾਸ਼ਿਆਂ ਕਿ ਹੋਰ ਤੁਹਾਡੇ ਕੋਲ ਬਿਹਤਰ ਪਲੇਅਰਸ ਆ ਸਕਦੇ ਸੀ, ਹੋਰ ਵੀ ਅਜਿਹੇ ਚੈਨਲ ਹੋ ਸਕਦੇ ਸੀ ਜੋ ਕਿ ਗੁਰਬਾਣੀ ਦਾ ਪ੍ਰਸਾਰਣ ਇਕੁਅਲ ਔਰ ਬੈਟਰ ਲੈਵਲ ਤੇ ਕਰ ਸਕਦੇ ਸੀਗੇ। ਇਹ ਸਾਰੀ ਚੀਜ਼ਾਂ ਨੂੰ ਸਾਈਡ ਤੇ ਕਰਕੇ ਇੱਕ ਹੀ ਚੈਨਲ ਕੋਲ ਇਸ ਦੇ 15 ਸਾਲ ਤੱਕ ਅਧਿਕਾਰ ਰਹਿੰਦੇ ਨੇ ਤੇ ਇਸ ਇਸ਼ੂ ਨੂੰ ਹੁਣ ਪਿਛਲੇ ਕੁਝ ਹਫ਼ਤਿਆਂ ਜਾਂ 1.5-2 ਮਹੀਨਿਆਂ ਦੇ ਵਿੱਚ ਕਾਫੀ ਰੌਲਾ ਪਾਇਆ। ਈਵਨ ਅਸੀਂ ਕਈ ਵੀਡੀਓਜ਼ ਬਣਾਏ ਤੇ ਇਹ ਗੱਲਾਂ ਬਾਤਾਂ ਕੀਤੀਆਂ ਕਿ ਇਹ ਚੀਜ਼ ਗਲਤ ਹੈਗੀ ਹੈ ਕਿਉਂਕਿ ਇਹਦੇ ਵਿੱਚ ਪ੍ਰਡੋਮੀਨੈਂਟਲੀ ਦੇਖੋ PTC ਨੈਟਵਰਕ ਦੇ ਨਾਲ ਸਾਡਾ ਕੋਈ ਕਨਫਲਿਕਟ ਆਫ ਇੰਟਰਸਟ ਨਹੀਂ ਹੈ, ਲੇਕਿਨ ਦਾ ਫੈਕਟ ਕਿ ਇੱਕ ਅਕਾਲੀ ਦਲ ਦੇ ਪ੍ਰਧਾਨ ਦਾ ਚੈਨਲ ਹੀ ਗੁਰਬਾਣੀ ਦੇ ਰਾਈਟਸ ਲੈ ਕੇ ਬੈਠਾ ਹੈ ਜਿਸ ਦੇ ਕਾਰਨ ਉਸਦੀ ਗਰੋਥ ਹੋ ਰਹੀ ਹੈ। ਬਾਰ-ਬਾਰ PTC ਦੀ ਮੈਨੇਜਮੈਂਟ ਤਾਂ ਇਹ ਕਹਿੰਦੀ ਹੋਈ ਨਜ਼ਰ ਆਈ ਜੀ ਸਾਨੂੰ ਸੁਖਬੀਰ ਬਾਦਲ ਨੇ 9 ਕਰੋੜ ਸਟਾਰਟਿੰਗ ਦੇ ਵਿੱਚ ਦਿੱਤੇ ਸੀ, ਉਸ ਤੋਂ ਬਾਅਦ ਕਦੇ ਕੋਈ ਪੈਸਾ ਨਹੀਂ ਦਿੱਤਾ। ਲੇਕਿਨ ਇਹਨਾਂ ਤਮਾਮ 15 ਸਾਲਾਂ ਦੇ ਵਿੱਚ ਕਿੰਨਾ PTC ਦਾ ਜਿਹੜਾ
ਇੱਕ ਸਾਲ ਦਾ ਇਹਦਾ ਟਰਨਓਵਰ ਔਨ ਐਨ ਐਵਰੇਜ, ਜੇ ਮੈਂ ਗਲਤ ਨਹੀਂ ਹੋਵਾਂਗਾ, ਤਕਰੀਬਨ 35 ਤੋਂ 40 ਕਰੋੜ ਦਾ ਇਹਨਾਂ ਦਾ ਟਰਨਓਵਰ ਹੋਇਆ ਕਰਦਾ ਸੀਗਾ, ਜਿਸ ਦੇ ਵਿੱਚੋਂ ਜੇ ਤੁਸੀਂ 60% ਵੀ ਇਹਨਾਂ ਦੇ ਖਰਚੇ ਲਗਾ ਲਓ ਤਾਂ ਵੀ ਇੱਕ ਹਿਊਜ ਕੁਆਂਟਮ ਆਫ ਅਰਨਿੰਗ ਦੇ ਡਿਡ। ਐਂਡ ਸਿੰਸ ਦੇ ਆਰ ਅ ਕਮਰਸ਼ੀਅਲ ਆਊਟਫਿਟ, ਉਹਨਾਂ ਨੇ ਤਾਂ ਚਲੋ ਮੁਨਾਫਾ ਕਮਾਣਾ ਹੀ ਹੈ, ਕਿਸੇ ਵੀ ਅਦਾਰੇ ਦੇ ਕਰਿੰਦਿਆਂ ਨੂੰ ਤਨਖਾਹ ਦੇਣੀ ਹੈ, ਉਹਨਾਂ ਨੇ ਆਪਣੇ ਆਪਰੇਸ਼ਨਸ ਰਨ ਕਰਨੇ ਨੇ, ਲੇਕਿਨ ਸਾਲ ਦਾ ਸਿਰਫ 2 ਕਰੋੜ ਰੁਪਏ ਐਸਜੀਪੀਸੀ ਨੂੰ ਜਾਂਦਾ ਸੀ, ਜਦੋਂ ਕਿ ਪ੍ਰੋਫਿਟ ਕਿੱਡਾ ਸੀ ਕੰਪਨੀ ਦਾ। ਉਸ ਅਨੁਪਾਤ ਦੇ ਵਿੱਚ ਜੇ ਚੈਨਲ ਦੀ ਤੁਸੀਂ ਪੀਟੀਸੀ ਪੰਜਾਬੀ ਦੀ ਤੁਸੀਂ ਜੇ ਆਪਣੀ ਜੀਆਰਪੀ ਰੇਟਿੰਗ ਦੇਖ ਲਓ ਤਾਂ ਗੁਰਬਾਣੀ ਦੀ ਜਿਹੜੀ ਵੇਟੇਜ ਸੀ ਉਹਦੇ ਵਿੱਚ ਜਾਂ ਪਰਸੈਂਟੇਜ ਪ੍ਰਪੋਰਸ਼ਨ ਸੀ, ਇਟ ਮਸਟ ਬੀ ਮੋਰ ਦੈਨ 65 to 70%। ਉਹਨਾਂ ਦੇ ਪੂਰੇ ਓਵਰਆਲ ਪ੍ਰੋਗਰਾਮਿੰਗ ਕੰਟੈਂਟ ਦੇ ਵਿੱਚ ਜੋ ਉਹਦੀ ਵੈਲਿਊਏਸ਼ਨ ਸੀ, ਵੇਟੇਜ ਸੀ ਗੁਰਬਾਣੀ ਨੂੰ, ਇੰਨੀ ਵੇਟੇਜ ਉਹਨਾਂ ਨੂੰ ਮਿਲਦੀ ਸੀ। ਲੇਕਿਨ ਇਸ ਚੀਜ਼ ਨੂੰ ਉਹਨਾਂ ਨੇ ਕਦੀ ਐਕਨੋਲੇਜ ਨਹੀਂ ਕੀਤਾ। ਦੇ ਐਵਰ ਸੇਡ ਕਿ ਜੇ ਅਸੀਂ ਮੋਨੀਟਾਈਜ਼ ਨਹੀਂ ਕਰਦੇ ਗੁਰਬਾਣੀ ਨੂੰ, ਜਦ ਕਿ ਉਹਨਾਂ ਜੀਆਰਪੀਜ਼ ਦਾ ਸਦਕਾ ਹੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਐਡ ਮਿਲਦੀ ਸੀ, ਤੁਹਾਨੂੰ ਇਸ਼ਤਿਹਾਰ ਮਿਲਦੇ ਸੀ, ਐਂਡ ਯੂ ਅਰਨ ਗੁੱਡ ਪ੍ਰੋਫਿਟਸ। ਇਟ ਵਾਜ਼ ਅ ਪ੍ਰੋਫਿਟੇਬਲ ਵੈਂਚਰ ਐਟ ਦ ਐਂਡ ਆਫ ਦ ਡੇ। ਸੋ ਜਿੱਥੇ ਤੱਕ ਤੁਸੀਂ ਗੱਲ ਕੀਤੀ ਸੀ ਗੁਰਬਾਣੀ ਦਾ ਪ੍ਰਸਾਰਣ ਲੇਟ 90s ਦੇ ਵਿੱਚ ਸ਼ੁਰੂ ਹੁੰਦਾ ਹੈ, ਤੇ ਉਸ ਵਕਤ ਬੀਬੀ ਜਾਗੀਰ ਕੌਰ ਨੇ ਇੱਕ ਚਿੱਠੀ ਲਿਖ ਕੇ ਇੱਕ ਅਦਾਰੇ ਵਿਸ਼ੇਸ਼ ਦੇ ਨਾਂ ਦੇ ਉੱਤੇ, ਇਨਫੈਕਟ ਮੇਰੀ ਜਿਹੜੀ ਜਾਣਕਾਰੀ ਹੈ ਉਹ ਅਦਾਰਾ ਵੀ ਨਹੀਂ ਸੀ, ਕਿ ਇੰਡੀਵਿਜੂਅਲ ਸ਼ਖਸ ਸੀ ਗੁੜਗਾਉਂ ਦਾ, ਜਿਸ ਦੇ ਨਾਂ ਦੇ ਉੱਤੇ ਇੱਕ ਚਿੱਠੀ ਦੇ ਉੱਤੇ ਲਿਖ ਕੇ ਰਾਈਟਸ ਦੇ ਦਿੱਤੇ ਗਏ ਸੀ। ਤੁਸੀਂ ਸੋਚੋ ਵੀ ਕਿੱਡੀ ਕੈਜੂਅਲ ਗੱਲਬਾਤ ਸੀ। ਲੇਕਿਨ ਆਪਾਂ ਇੱਥੇ ਵੀ ਯਾਦ ਕਰੀ ਵੀ ਉਹ ਦੌਰ ਸੀ ਜਦੋਂ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਬਾਰੇ ਕੋਈ ਸੋਚਦਾ ਨਹੀਂ ਸੀ। ਹਿਸਟੋਰੀਕਲੀ ਸਪੀਕਿੰਗ ਆਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਮਿਡ 70s ਦੇ ਵਿੱਚ ਹੋਇਆ, ਅਤੇ ਉਸ ਵਕਤ ਵੀ ਗੁਰਬਾਣੀ ਦੇ ਟਰਾਂਸਮਿਟਰ ਲਾਉਣ ਦੀ ਦਰਬਾਰ ਸਾਹਿਬ ਤੋਂ ਮੰਗ ਕੀਤੀ ਜਾਂਦੀ ਸੀ। ਭਾਰਤ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਂਦੀ ਸੀ ਉਸ ਵਕਤ ਕਿ ਤੁਸੀਂ 1 ਘੰਟਾ ਗੁਰਬਾਣੀ ਦਾ ਪ੍ਰਸਾਰਣ ਸਵੇਰੇ ਤੇ ਸ਼ਾਮੀ ਸਾਡੇ ਲਈ ਚਲਾਓ। ਉਹਦੇ ਲਈ ਇੱਕ ਟਰਾਂਸਮਿਟਰ ਭਾਰਤ ਸਰਕਾਰ ਖੋਲੇ, ਉਹ ਭਾਰਤ ਸਰਕਾਰ ਦਾ ਹੋਏਗਾ। ਸੋ ਹਿਸਟੋਰੀਕਲ ਮੰਗ ਤੁਰੀ ਆਉਂਦੀ ਰਹੀ, ਲੇਕਿਨ ਲੇਟ 90s ਦੇ ਵਿੱਚ ਜਾ ਕੇ ਇਸ ਮੰਗ ਨੂੰ ਕਹੀਏ ਕਿ ਉਸ ਵਕਤ ਸ਼ੁਰੂ ਕੀਤਾ ਗਿਆ ਤਾਂ ਕਈ ਹੈਂਡਸ ਚੇਂਜ ਹੋਏ। ਸਭ ਤੋਂ ਪਹਿਲਾਂ ਉਹ ਪਰਟੀਕੂਲਰ ਜਿਨ੍ਹਾਂ ਕੋਲ ਰਾਈਟਸ ਦਿੱਤੇ ਗਏ ਸੀ, ਉਹ ਕੰਪਨੀ ਨੇ ਸਟਾਰ ਟੀਵੀ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ। ਸੋ ਸਟਾਰ ਟੀਵੀ ਦੇ ਜਿਹੜੇ ਕਰਤਾ ਧਰਤਾ ਸੀ ਉਹਨਾਂ ਦੇ ਨਾਲ ਮੁਲਾਕਾਤ ਹੋਈ। ਬਾਅਦ ਦੇ ਵਿੱਚ ਇਹ ਸਮਝ ਵਿੱਚ ਆਇਆ ਕਿ ਜਿਹੜੀ ਪਾਰਟੀ ਉਹਨਾਂ ਨੂੰ ਮਿਲ ਕੇ ਆਈ, ਯਾਨੀ ਕਿ ਇੱਕ ਪ੍ਰੋਫੈਸ਼ਨਲ ਦੀ ਟੀਮ ਸੀ ਜੋ ਕਿ ਸਟਾਰ ਟੀਵੀ ਦੇ ਆਈ ਥਿੰਕ ਪੀਟਰ ਮੁਖਰਜੀ ਨੂੰ ਮਿਲੇ, ਉੱਥੇ ਸਭ ਕੁਝ ਤੈਅ ਹੋ ਗਿਆ ਵੀ ਸਟਾਰ ਟੀਵੀ ਪ੍ਰਸਾਰਣ ਕਰੇਗਾ। ਲੇਕਿਨ ਬਾਅਦ ਦੇ ਵਿੱਚ ਜਿਸ ਬੰਦੇ ਦੇ ਹੱਥ ਦੇ ਵਿੱਚ ਉਹ ਰਾਈਟ ਸੀ, ਜਿਸ ਦੇ ਨਾਂ ਦੇ ਉੱਤੇ ਦਿੱਤੇ ਗਏ ਸੀ, ਉਸਨੇ ਬੰਬੇ ਦੇ ਇੱਕ JS ਕੋਹਲੀ ਨਾਂ ਦੇ ਇੱਕ ਹੋਰ ਬ੍ਰੌਡਕਾਸਟਰ ਸੀ, ਹੀ ਇਜ਼ ਅ ਸਿੱਖ, ਬੜੇ ਡਿਵੋਟ ਸਿੱਖ ਨੇ, ਉਹਨਾਂ ਨੂੰ ਟ੍ਰਾਂਸਫਰ ਕਰਤੇ ਰਾਈਟਸ। अच्छा, देते तो स्टार को नहीं मिला। फिर स्टार को नहीं मिला। स्टार ਨੂੰ ਜਦੋਂ ਪਤਾ ਲੱਗਾ ਕਿ JS ਕੋਹਲੀ ਕੋਲ ਚਲੇ ਗਏ ਨੇ, ਸਟਾਰ ਕੋਲ ਤਾਂ ਚੀਜ਼ ਚਲੀ ਗਈ ਸੀ, ਲੇਕਿਨ ਉਹ ਜਿਹੜੇ ਸੈਟ ਆਫ ਪ੍ਰੋਫੈਸ਼ਨਲ ਸੀਗੇ ਉਹਨਾਂ ਨੇ ਫਿਰ JS ਕੋਹਲੀ ਨੂੰ ਅਪਰੋਚ ਕੀਤਾ, ਕਿਉਂਕਿ ਓਰੀਜਨਲੀ ਜਿਸ ਬੰਦੇ ਦੇ ਨਾਂ ਦੇ ਉੱਤੇ ਗੁਰਬਾਣੀ ਦੇ ਰਾਈਟਸ ਇਸ਼ੂ ਕੀਤੇ ਗਏ ਸੀ, ਜਾਨੀ ਕਿ ਚਿੱਠੀ ਉਹ ਜਿਹੜੀ ਸੀ, ਤੁਸੀਂ ਇਮੇਜਿਨ ਕਰੋ ਕਿ ਗੁਰਬਾਣੀ ਦੇ ਰਾਈਟਸ ਦੀ ਇੱਕ ਚਿੱਠੀ ਵਾਸ ਟਰੈਵਲਿੰਗ ਅਰਾਊਂਡ। ਸੋ ਫਾਈਨਲੀ JS ਕੋਹਲੀ ਵਾਸ ਅ ਡਿਵੋਟ ਸਿੱਖ, ਉਹ ਚਾਹੁੰਦੇ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਹੋਏ। ਸੋ ਜਦੋਂ ਇਸ ਪ੍ਰੋਫੈਸ਼ਨਲਸ ਦੀ ਟੀਮ ਨੇ, ਮੈਂ ਨਾਂ ਨਹੀਂ ਲਾਂਗਾ, ਦੇ ਆਰ ਸਮ ਆਫ ਦ ਐਕਸ ਮੈਨੇਜਮੈਂਟ ਐਂਡ ਫੋਰ ਪ੍ਰੈਜ਼ੈਂਟ ਮੈਨੇਜਮੈਂਟ ਆਫ PTC, ਇਹਨਾਂ ਨੇ JS ਕੋਹਲੀ ਦੇ ਨਾਲ ਸੰਪਰਕ ਕੀਤਾ। JS ਕੋਹਲੀ ਐਗਰੀਡ ਵੀ ਠੀਕ ਹੈ, ਮੈਂ ਤਾਂ ਖੁਦ ਚਾਹੁੰਦਾ ਕਿ ਗੁਰਬਾਣੀ ਦਾ ਪ੍ਰਸਾਰ ਹੋਏ, ਆਪਾਂ ਇਕੱਠੇ ਰਲ ਕੇ then a channel was formed which was called ETC. ETC ਪੰਜਾਬੀ was the first network ਜਿਹਨੇ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਨੂੰ ਕੀਤਾ, ਤੇ ਉਸ ਦੇ ਵਿੱਚ JS ਕੋਹਲੀ was one of the characters and major players, ਤੇ ਇਸ ਦੇ ਨਾਲ ਇੱਕ ਹੋਰ ਪ੍ਰੋਫੈਸ਼ਨਲ ਟੀਮ ਸੀ। ਸਮਹਾਉ ਉਹ ਜਿਹੜਾ ਵੈਂਚਰ ਸੀ ਉਹ ਵਾਇਬਲ ਨਹੀਂ ਹੋ ਪਾਇਆ, ਲਾਸਿਸ ਦੇ ਵਿੱਚ ਜਾ ਰਿਹਾ ਸੀ, ਜਿਸ ਤੋਂ ਬਾਅਦ ਕਿ ETC ਪੰਜਾਬੀ ਨੇ ਗੁਰਬਾਣੀ ਦੇ ਪ੍ਰਸਾਰਣ ਦਾ ਜਿਹੜਾ ਰਾਈਟ ਸੀ ਉਹ ਜ਼ੀ ਨੈਟਵਰਕ ਨੂੰ ਟ੍ਰਾਂਸਫਰ ਕਰਤਾ, ਟੂ ਸੋ ਮਚ ਸੋ ਕਿ ਜ਼ੀ ਨੈਟਵਰਕ ਨੇ ETC ਪੰਜਾਬੀ ਨੂੰ ਟੇਕ ਓਵਰ ਕਰ ਲਿਆ। ਇਟ ਵਾਸ ਅ ਮਰਜਰ ਦੈਟ ਹੈਪਨਡ ਐਂਡ ਫॉर ਰਫਲੀ 4 to 5 ਇਅਰਸ, ਉਸ ਵਕਤ ਮੈਂ ਵੀ ਜ਼ੀ ਟੀਵੀ ਦੇ ਵਿੱਚ ਹੀ ਸੀ। अच्छा, ਤੇ ਉਹ ਗੁਰਬਾਣੀ इस पूरी हिस्ट्री को आप बहुत बखूबी वाकिफ है फिर आप। ਜੀ ਵੀ ਵਰ ਸੀਇੰਗ ਵਾਟ ਇਜ਼ ਹੈਪਨਿੰਗ। ਹਾਲਾਂਕਿ ਸਾਨੂੰ ਵੀ ਇੰਨੀ ਗਹਿਰਾਈ ਦੇ ਬਾਰੇ ਨਹੀਂ ਪਤਾ ਸੀ, ਬਿਕੋਜ਼ ਕਈ ਚੀਜ਼ਾਂ ਜਦੋਂ ਤੁਸੀਂ ਅਦਾਰਿਆਂ ਦੇ ਵਿੱਚ ਨੌਕਰੀਆਂ ਕਰ ਰਹੇ ਹੁੰਦੇ, ਤੁਹਾਨੂੰ ਹਾਇਰ ਮੈਨੇਜਮੈਂਟ ਦੇ ਲੈਵਲ ਦੀ ਗੱਲਾਂ ਨਹੀਂ ਪਤਾ ਹੁੰਦੀਆਂ, ਐਂਡ ਦੈਟ ਵਾਸ ਦ ਸੇਮ ਦ ਕੇਸ ਵਿਦ ਅਸ। ਸੋ ਜ਼ੀ ਨੈਟਵਰਕ ਕੋਲ ਤਕਰੀਬਨ 3 ਤੋਂ 4 ਸਾਲ ਇਹ ਰਾਈਟਸ ਰਹੇ, ਜਿਸ ਤੋਂ ਬਾਅਦ ਫਾਈਨਲੀ 2007 ਦੇ ਵਿੱਚ ਜਦੋਂ ਇਲੈਕਸ਼ਨ ਹੋਣ ਵਾਲਾ ਸੀ ਪੰਜਾਬ ਦਾ, ਅਕਾਲੀ ਦਲ ਦੀ ਗਵਰਨਮੈਂਟ ਬਣ ਗਈ 2007 ਦੇ ਵਿੱਚ। ਉਸ ਵਕਤ ਪਹਿਲਾਂ ਤਾਂ ਅੰਡਰਸਟੈਂਡਿੰਗ ਇਹ ਸੀ ਕਿ ਜ਼ੀ ਟੀਵੀ ਤੇ ਅਕਾਲੀ ਦਲ ਵੱਲੋਂ ਪ੍ਰਮੋਟਡ ਇੱਕ ਚੈਨਲ ਆਉਣਾ ਸੀ ਜਿਸ ਦਾ ਨਾਂ ਹੋਣਾ ਸੀਗਾ ਜੀ ETC ਨਿਊਜ਼। ਲੇਕਿਨ ਫॉर ਸਮ ਰੀਜ਼ਨਸ ਉਹ ਆਪਸ ਦੇ ਵਿੱਚ ਇਹਨਾਂ ਦੀ ਆਪਸ ਅੰਡਰਸਟੈਂਡਿੰਗ ਨਹੀਂ ਬਣੀ, ਸੋ ETC ਨਿਊਜ਼ ਚੈਨਲ ਲਾਂਚ ਨਹੀਂ ਹੋ ਪਾਇਆ। ਐਂਡ ਫਿਰ ਕੁਝ ਐਸਾ ਹੋਇਆ ਜੋ ਕਿ ਸਭ ਦੀ ਸਮਝ ਤੋਂ ਪਰੇ ਸੀ, ਈਵਨ ਅੱਜ ਤੱਕ ਅਸੀਂ ਵੀ ਉਸ ਨੂੰ ਨਹੀਂ ਸਮਝ ਪਾਏ ਹਾਂ, ਕਿ ਜਿਹੜੇ ਰਾਈਟ ਸੀਗੇ ਗੁਰਬਾਣੀ ਦੇ ਪ੍ਰਸਾਰਣ ਦੇ, ਦੇ ਵਰ ਵਿਦ ਜ਼ੀ, ਰਾਈਟ, ਉਹ ਜ਼ੀ ਦੇ ਮੈਨੇਜਮੈਂਟ ਕੋਲ ਆ ਚੁੱਕੇ ਸੀ, ਲੇਕਿਨ ਉਹਨਾਂ ਦੇ ਹੀ ਬੋਰਡ ਨੇ ਇੱਕ ਡਿਸੀਜਨ ਲਿਆ ਤੇ ਉਹ ਰਾਈਟਸ ਜਿਹੜੇ ਸੀ ਇੱਕ GNext ਨਾਂ ਦੀ ਕੰਪਨੀ, ਵਿਚ ਇਜ਼ ਅ ਕੰਪਨੀ ਆਫ ਸੁਖਬੀਰ ਸਿੰਘ ਬਾਦਲ, ਉਹ ਰਾਈਟਸ ਉਹਨੂੰ ਟ੍ਰਾਂਸਫਰ ਕਰਤੇ ਜਾਂਦੇ ਨੇ।
ਐਂਡ ਜਿੱਥੇ ਤੱਕ ਮੇਰੀ ਸਮਝ ਸੀਗੀ ਤੀ ਸੁਭਾਸ਼ ਚੰਦਰਾ ਦਾ ਓਨਰ ਆਫ ਜ਼ੀ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬੋਰਡ ਵੱਲੋਂ ਇਸ ਤਰੀਕੇ ਦਾ ਹੇਠ ਫੈਸਲਾ ਲੈ ਲਿਆ ਗਿਆ, ਬਿਕੋਜ਼ ਜੁਆਇੰਟ ਇਹਨਾਂ ਦੇ ਫੰਕਸ਼ਨਰੀਜ਼ ਇਕੱਠੇ ਸੀਗੇ। ਸੋ ਉਹ ਜਿਹੜੇ ਰਾਈਟਸ ਦਾ ਜ਼ੀ ਚੋਂ ਜੀ ਨੈਕਸਟ ਮੀਡੀਆ ਕੋਲ ਜਾਣਾ, ਜਿਸ ਨੇ ਬਾਅਦ ਦੇ ਵਿੱਚ ETC ਨਿਊਜ਼ ਦੀ ਥਾਂ ਇੱਕ ਚੈਨਲ ਲਾਂਚ ਕੀਤਾ ਵਿਚ ਵਾਸ ਕਾਲਡ PTC ਨਿਊਜ਼। ਐਂਡ 2007 ਦੇ ਵਿੱਚ PTC ਨਿਊਜ਼ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਹੋਇਆ, ਯਾਨੀ ਕਿ ਜੀ ਨੈਕਸਟ ਮੀਡੀਆ ਕੰਪਨੀ ਤੇ PTC ਨਿਊਜ਼ ਦੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ 15 ਸਾਲ ਹੋ ਗਏ ਨੇ ਜੀ ਨੈਕਸਟ ਮੀਡੀਆ ਹੀ ਗੁਰਬਾਣੀ ਦਾ ਪ੍ਰਸਾਰਣ ਕਰਦਾ ਰਿਹਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਰਾਈਟਸ ਸੀ ਬੜੇ ਕੈਜੂਅਲ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਨੇ ਇੱਕ ਚਿੱਠੀ ਦੇ ਜ਼ਰੀਏ ਇਸ਼ੂ ਕੀਤੇ। ਇਟ ਟਰੈਵਲ ਫਰਮ ਵਨ ਪਾਰਟਿਕੂਲਰ ਪਰਸਨ ਇਨ ਗੁੜਗਾਉਂ ਟੂ JS ਕੋਹਲੀ ਇਨ ਮੁੰਬਈ। JS ਕੋਹਲੀ ਤੋਂ ਫਿਰ ਇਹ ETC ਪੰਜਾਬੀ ਲਾਂਚ ਹੁੰਦਾ ਹੈ, ETC ਪੰਜਾਬੀ ਜ਼ੀ ਚ ਮਰਜ ਕਰਦਾ ਹੈ। ਫਾਈਨਲੀ ਜਿਹੜੇ ਰਾਈਟਸ ਜ਼ੀ ਤੋਂ ਨਿਕਲ ਕੇ ਜੀ ਨੈਕਸਟ ਕੋਲ ਆਉਂਦੇ ਨੇ ਤੇ ਅੱਜ ਤੱਕ ਉਹ ਪ੍ਰਸਾਰਣ ਉਵੇਂ ਹੀ ਹੋ ਰਿਹਾ ਸੀ। ਸੋ ਦਿਸ ਇਜ਼ ਦ बैकग्राउंड। तो इसका मतलब तो यही हुआ जो आपकी बातों से मुझे लगा कि कॉम्पिटिटिव बिल्डिंग के बारे में कभी किसी ने सोचा ही नहीं मतलब एक फैमिली के पास फिर वो राइट्स रह गया है, अब तक है। अब क्योंकि वो ख़त्म हो चुका है, राइट्स एक्सपायर हो चुके हैं, इसके बावजूद उनके तरफ से जो है SGPC की तरफ से लिख के कहा गया है कि भाई जब तक हमारा अपना सैटेलाइट चैनल नहीं तैयार हो जाता है आप लोग ही चला के रखिए, इसको ख़त्म ना कीजिए। और यूट्यूब चैनल भी साथ में उन लोगों ने फेसबुक पेज भी बना दिया है। तो अभी भी जो है चलिए वो सैटेलाइट चैनल जब बन जाएगा तब देखा जाएगा, लेकिन बीच में कभी किसी ने सोचा ही नहीं कि किसी और प्लेयर को लाना चाहिए या किसी को कूदना चाहिए। 2011-12 के आसपास बहुत रौला पिया। उस वक्त एक चैनल ਚੱਲਦਾ ਸੀ ਡੇ ਐਂਡ ਨਾਈਟ ਨਿਊਜ਼, ਕਮਰ ਸੰਧੂ ਰੀਨਾਊਂਡ ਜਰਨਲਿਸਟ ਤੁਸੀਂ ਜਾਣਦੇ ਹੋ, ਉਹਨਾਂ ਨੇ ਉਸ ਚੈਨਲ ਲਾਂਚ ਕੀਤਾ ਸੀ। ਉਹਨਾਂ ਵੱਲੋਂ ਇੱਕ ਬਹੁਤ ਵੱਡੇ ਪੱਧਰ ਤੇ ਮੁਹਿੰਮ, ਕਿਉਂਕਿ ਇਹ ਜਿਹੜਾ ਕੰਟਰੈਕਟ ਸੀ ਨਾ ਗੁਰਬਾਣੀ ਦੇ ਰਾਈਟਸ ਦਾ, ਇਹ 2012 ਤੱਕ ਸੀ। ਉਸ ਤੋਂ ਬਾਅਦ ਇਸਨੇ 11 ਸਾਲ ਲਈ ਹੋਰ ਰੀਨਿਊ ਹੋਣਾ ਸੀ। ਸੋ 2012 ਦੇ ਵਿੱਚ ਵੀ ਬਿਨਾਂ ਕਿਸੇ ਜਦ ਕਿ ਉਸ ਵਕਤ ਇੰਨਾ ਮੀਡੀਆ ਦੇ ਵਿੱਚ ਰੌਲਾ ਪਿਆ, ਬਹੁਤ ਸੇ ਲੋਕਾਂ ਨੇ ਈਵਨ ਹਾਈ ਕੋਰਟ ਤੱਕ ਇਹ ਮੁਕੱਦਮਾ ਗਿਆ ਕਿ ਗੁਰਬਾਣੀ ਦਾ ਪ੍ਰਸਾਰਣ ਦੇ ਉੱਤੇ ਏਕਾਧਿਕਾਰ ਨਾ ਹੋਵੇ। ਲੇਕਿਨ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਪਟੀਸ਼ਨ ਸੀ ਉਹ ਉਹਦਾ ਕੋਈ ਨਿਬੇੜਾ ਨਹੀਂ ਹੋ ਪਾਇਆ, ਉਹ ਵਿਡਰਾਅ ਕਰ ਲਈਆਂ ਗਈਆਂ ਜਾਂ ਕਹਿ ਲਓ ਕਿ ਉਹ ਡਿਸਮਿਸ ਹੋ ਗਈਆਂ ਪਟੀਸ਼ਨਸ। ਸੋ ਹਾਈ ਕੋਰਟ ਨੇ ਵੀ ਕੋਈ ਰਾਹਤ ਨਹੀਂ ਦਿੱਤੀ ਐਂਡ 2012 ਦੇ ਵਿੱਚ ਦੁਬਾਰਾ 11 ਸਾਲ ਲਈ PTC ਨੈਟਵਰਕ ਨੂੰ ਇਹ ਰਾਈਟਸ ਦੇ ਦਿੱਤੇ ਗਏ। ਸੋ ਰੌਲਾ ਤਾਂ ਬਹੁਤ ਪਿਆ, ਅਜਿਹਾ ਨਹੀਂ ਹੈ, ਬਟ ਉਸ ਤੋਂ ਬਾਅਦ ਫਿਰ ਕਿਸੇ ਨੇ ਨੋਬਡੀ ਕੁਐਸਚਨ, ਫਿਰ 11 ਸਾਲ ਤੱਕ ਈਵਨ ਹੁਣ ਕੋਈ ਨਹੀਂ ਕੁਐਸਚਨ ਕਰ ਰਿਹਾ। ਜੇ ਤੁਸੀਂ ਸਾਡੇ ਪੰਜਾਬ ਦੇ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰ ਲਓ, ਕੋਈ ਮੀਡੀਆ ਦੇ ਵਿੱਚ ਐਡੀ ਮੈਂ ਕਹਾਂਗਾ ਕਿ ਜ਼ਰੂਰਤ ਨਹੀਂ ਹੈ ਕਿ ਚੈੱਕ ਜਾਂ ਚੈਲੰਜ ਕਰ ਸਕਣ ਇਸ ਗੱਲਬਾਤ ਨੂੰ। ਕੁਝ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨੇ, ਉਹਨਾਂ ਵੱਲੋਂ ਜ਼ਰੂਰ ਇਹ ਮੁੱਦੇ ਨੂੰ ਚੁੱਕਿਆ ਗਿਆ ਹੈ, ਇਨਕਲੂਡਿੰਗ ਮਾਈ ਸੈਲਫ, ਬਟ ਮੇਨ ਸਟ੍ਰੀਮ ਮੀਡੀਆ ਨੇ ਗੱਲ ਨਹੀਂ ਕੀਤੀ। ਐਂਡ ਯੂ ਵੋਂਟ ਬਿਲੀਵ ਕਿ ਪਿਛਲੇ 1 ਸਾਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਕਿਹਾ ਹੋਇਆ ਕਿ ਤੁਸੀਂ ਆਪਣਾ ਚੈਨਲ ਲਾਂਚ ਕਰੋ, ਲੇਕਿਨ ਤਕਰੀਬਨ 1 ਸਾਲ ਕੋਈ ਜ਼ਿਆਦਾ ਐਫਰਟ ਕੀਤੀ ਨਹੀਂ ਗਈ। ਆਖਿਰ ਦੇ ਕੁਝ ਮਹੀਨਿਆਂ ਵਿੱਚ ਕੋਸ਼ਿਸ਼ ਕੀਤੀ ਗਈ। ਮੇਰੀ ਜਾਣਕਾਰੀ ਤਾਂ ਇੱਥੋਂ ਤੱਕ ਹੈ ਕਿ SGPC ਸਿਰਫ ਇੱਕ YouTube ਦਾ ਤੇ ਇੱਕ Facebook ਦਾ ਚੈਨਲ ਲਾਂਚ ਕਰਨਾ ਚਾਹੁੰਦੀ ਸੀ। ਕੁਝ ਹਫ਼ਤੇ ਪਹਿਲਾਂ ਤੱਕ ਇਹ ਪੋਜੀਸ਼ਨ ਸੀ ਕਿ ਦੁਵਿਧਾ ਦੇ ਵਿੱਚ ਜਿਹੜੀ SGPC ਦੀ ਮੈਨੇਜਮੈਂਟ ਸੀ, ਕਿਉਂਕਿ ਕਿਤੇ ਨਾ ਕਿਤੇ ਦਬਾਅ ਉੱਤੇ ਜ਼ਰੂਰ ਸੀ। ਬਹੁਤ ਵੈਸਟਡ ਇੰਟਰਸਟ ਅੰਡਰ ਦ ਟੇਬਲ ਕੰਮ ਕਰ ਰਹੇ ਨੇ ਜੋ ਕਿ ਇੱਧਰ ਉੱਧਰੋਂ ਖਿੱਚਤਾਣ ਕਰਦੇ ਪਏ ਨੇ। ਸੋ ਇੱਕ ਤਾਂ ਡਰਾਇਆ ਗਿਆ ਬਾਰ-ਬਾਰ SGPC ਦੀ ਮੈਨੇਜਮੈਂਟ ਨੂੰ ਕਿ ਤੁਸੀਂ ਇੱਕ ਚੈਨਲ ਨਹੀਂ ਚਲਾ ਸਕਦੇ, 24 ਘੰਟੇ ਦਾ ਚੈਨਲ। ਗੁਰਦੁਆਰਿਆਂ ਦੀ ਮੈਨੇਜਮੈਂਟ ਕਰਨਾ ਇੱਕ ਵੱਖਰਾ ਇਸ਼ੂ ਹੈ, ਇੱਕ ਸੈਟੇਲਾਈਟ ਚੈਨਲ ਚਲਾਉਣਾ ਇੱਕ ਡਿਫਰੈਂਟ ਗੇਮ। ਸੋ ਪਹਿਲਾਂ ਤਾਂ ਉਹ ਚੀਜ਼ ਦੱਸੀ ਗਈ। ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ SGPC ਸ਼ਾਇਦ ਇਹ ਚਾਹੁੰਦੇ ਸੀ ਕਿ ਅਸੀਂ ਸਿਰਫ YouTube ਤੇ Facebook ਤੇ ਰੱਖੀਏ, ਕਿਉਂਕਿ ਮੈਂਬਰਸ ਨੇ ਕਿਹਾ। ਦੈਨ ਇਟ ਵਾਜ਼ ਰੀਅਲਾਈਜ਼ ਕਿ Facebook ਤੇ YouTube ਦੀ ਤਾਂ ਰੀਚ ਹੀ ਬਹੁਤ ਲਿਮਿਟਡ ਹੈ। ਜੇ ਸੈਟੇਲਾਈਟ ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਣ ਹਟ ਗਿਆ ਤਾਂ ਹਾਹਾਕਾਰ ਮਚ ਜਾਏਗੀ। ਇਹ ਫੈਕਟ ਵੀ ਹੈ। ਦੁਨੀਆ ਭਰ ਦੇ ਕੋਨੇ-ਕੋਨੇ ਦੇ ਵਿੱਚ ਇਸ ਵਕਤ ਗੁਰਬਾਣੀ ਦਾ ਪ੍ਰਸਾਰਣ PTC ਦੇ ਨੈਟਵਰਕ ਦੇ ਜ਼ਰੀਏ ਜਾਂਦਾ ਹੈ, ਉਹਦੇ 'ਚ ਕੋਈ ਦੋ ਰਾਵਾ ਨਹੀਂ ਹੈ। ਲੇਕਿਨ ਜੇ ਉਸ ਪੂਰੇ ਪ੍ਰਸਾਰਣ ਤੁਸੀਂ ਹਟਾ ਦਿੰਦੇ ਹੋ ਅੱਜ, ਤਾਂ ਬਹੁਤ ਸੇ ਲੋਕ ਵਾਂਝੇ ਰਹਿ ਜਾਣਗੇ। ਸੋ ਉਸ ਤੋਂ ਬਾਅਦ ਫਾਈਨਲੀ ਕਾਲ ਲਏਗੀ ਕੁਝ ਹਫ਼ਤੇ ਪਹਿਲਾਂ, ਐਂਡ ਦ ਫੈਕਟ ਕਿ ਹੁਣ ਤੁਸੀਂ ਸੈਟੇਲਾਈਟ ਚੈਨਲ ਲਈ ਜਾ ਕੇ ਮੁਲਾਕਾਤਾਂ ਕਰ ਰਹੇ ਹੋ। ਸੋ ਦੇਰ ਹੈ ਦੁਰਸਤ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਫੈਸਲਾ ਲਿਆ, ਇਹ ਬੜੀ ਵੱਡੀ ਗੱਲ ਹੈ, ਕਿਉਂਕਿ SGPC ਨੇ ਕਮਿਟ ਤਾਂ ਕੀਤਾ ਨਾ ਕਿ ਆਪਣਾ ਸੈਟੇਲਾਈਟ ਚੈਨਲ ਖੋਲਾਂਗੇ। ਹੁਣ ਉਹ ਸੈਟੇਲਾਈਟ ਚੈਨਲ ਨੂੰ ਖੋਲ੍ਹਣ ਦੇ ਵਿੱਚ ਜੇ ਨੀਡਲੈਸ ਡਿਲੇ ਕੀਤਾ ਜਾਏਗਾ, ਬੇਲੋੜੀ ਦੇਰੀ ਕੀਤੀ ਜਾਏਗੀ, ਕੋਈ ਅਜਿਹੀ ਕੋਤਾਹੀ ਕਰਤੀ ਜਾਏਗੀ ਜਿਹਦੇ ਨਾਲ ਉਹ ਪ੍ਰੋਸੈਸ ਸੈਟੇਲਾਈਟ ਨੂੰ ਖੋਲ੍ਹਣ ਦਾ, ਚੈਨਲ ਖੋਲ੍ਹਣ ਦਾ ਪ੍ਰੋਸੈਸ ਅੱਗੇ ਹੋਰ ਲਟਕ ਜਾਏ, ਤਾਂ ਫਿਰ ਉਸ ਦਾ ਮਤਲਬ ਇਹ ਹੋਏਗਾ ਕਿ ਹਜੇ ਵੀ, ਕਿਉਂਕਿ ਇੰਟਰਸਟ ਤਾਂ ਅਜੇ ਵੀ ਕਲੀਅਰ ਹੈ, ਉਹ ਇੰਟਰਸਟ ਮਫਾਦ ਖਤਮ ਨਹੀਂ ਹੋਇਆ, ਉਹ PTC ਦੀ ਰੇਟਿੰਗਸ ਉੱਥੇ ਬਰਕਰਾਰ ਹੈ। ਤੇ ਮੈਂ ਚਾਹੁੰਦਾ ਸੀ ਕਿ ਯਾਰ ਆਪਾਂ ਇਸ ਚੀਜ਼ ਨੂੰ ਸਮਝੀਏ, ਤੇ ਇਸ ਚੀਜ਼ ਨੂੰ ਸਮਝਣ ਦੀ ਸਭ ਤੋਂ ਜ਼ਿਆਦਾ ਲੋੜ ਤਾਂ SGPC ਨੂੰ ਖੁਦ ਸੀ ਕਿ ਤੁਸੀਂ 23 ਜੁਲਾਈ 2023 ਤੱਕ ਪਾਬੰਦ ਸੀ ਕਿ ਤੁਸੀਂ ਇਸ PTC ਦੇ ਰਾਈਟਸ ਨੂੰ ਐਕਸਕਲੂਸਿਵ ਤੌਰ ਤੇ ਚੈਨਲ ਨੂੰ ਦੇਣਾ ਹੈ। ਲੇਕਿਨ 23 ਜੁਲਾਈ 2023 ਤੋਂ ਬਾਅਦ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਸੀ ਰੋਕਦੀ ਕਿ ਤੁਸੀਂ ਗੁਰਬਾਣੀ ਦੇ ਪ੍ਰਸਾਰਣ ਦੇ ਨਾਨ ਐਕਸਕਲੂਸਿਵ ਰਾਈਟਸ ਹੋਰ ਚੈਨਲਾਂ ਨੂੰ ਦੇ ਸਕੋ। ਸੋ ਉਹ ਨਾਨ ਐਕਸਕਲੂਸਿਵ ਰਾਈਟਸ ਕਿਉਂ ਨਹੀਂ ਦਿੱਤੇ ਗਏ?
ਉਲਟਾ ਇੱਕ ਜਿਹੜੀ ਸਟ੍ਰਿਕਟ ਐਡਵਾਈਜ਼ਰੀ ਦਿੱਤੀ ਗਈ ਹੈ, ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਹਿਦਾਇਤ SGPC ਦੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ YouTube ਦੇ ਤੇ Facebook ਦੇ ਉੱਤੇ ਪ੍ਰਸਾਰਣ ਹੁੰਦਾ ਹੈ ਗੁਰਬਾਣੀ ਦਾ, ਉਸ ਨੂੰ ਕੋਈ ਵੀ ਰੀਡਾਇਰੈਕਟ ਨਹੀਂ ਕਰ ਸਕਦਾ, ਕੋਈ ਹੋਰ ਸਟ੍ਰੀਮ ਨਹੀਂ ਕਰ ਸਕਦਾ, ਕੋਈ ਚੈਨਲ ਇਸ ਬੀਮ ਨੂੰ ਲੈ ਨਹੀਂ ਸਕਦਾ, ਵਰਤ ਨਹੀਂ ਸਕਦਾ। ਸੋ ਫਿਰ ਕੀ ਕਾਰਨ ਹੈ ਕਿ ਇਕੱਲੇ PTC ਨੂੰ ਇਹ ਰਾਈਟ ਦਿੱਤਾ ਗਿਆ ਹੈ? ਯਾਨੀ ਕਿ PTC ਇਕੱਲਾ ਚੈਨਲ ਹੈਗਾ ਜੋ ਕਿ ਇਸ ਨੂੰ ਰੀਡਾਇਰੈਕਟ ਬੀਮ ਕਰ ਦੇਗਾ। ਤੇ ਕਿਹੜੀ ਬੀਮ ਉਹ ਲੈ ਰਿਹਾ PTC? ਸਭ ਤੋਂ ਵੱਡਾ ਸੋਚਣ ਵਾਲਾ ਸਵਾਲ ਇਹ ਹੈ ਕਿ PTC ਇਜ਼ ਟੇਕਿੰਗ ਦ ਸੇਮ ਬੀਮ ਜੋ ਕਿ ਹੁਣ SGPC ਦੀ ਬੀਮ ਹੈ, ਕਿਉਂਕਿ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਤੱਕ ਉਹ PTC ਦੀ ਬੀਮ ਸੀ, ਲੇਕਿਨ ਹੁਣ ਤਾਂ SGPC ਦੀ ਇੱਕ ਆਪਣੀ ਕੰਪਨੀ ਉਸ ਬੀਮ ਨੂੰ ਪ੍ਰੋਡਿਊਸ ਕਰਦੀ ਹੈ। ਸੋ ਉਸ ਬੀਮ ਨੂੰ ਹੋਰ ਚੈਨਲਾਂ ਨੂੰ ਦੇਣ ਦੇ ਵਿੱਚ ਕੀ ਇਤਰਾਜ਼ ਸੀ? ਕੁਝ ਮਹੀਨਿਆਂ ਤੱਕ, ਜਦ ਤੱਕ ਤੁਹਾਡਾ ਆਪਣਾ ਸੈਟੇਲਾਈਟ ਲਾਂਚ ਨਹੀਂ ਹੋ ਜਾਂਦਾ, ਦੁਨੀਆ ਦੇ ਮੈਂ ਕਹਿੰਦਾ ਹੋਰ ਬਹੁਤ ਸੇ ਚੈਨਲ ਨੇ, ਉਹਨਾਂ ਦੀ ਰੀਚ ਹੋਰ ਵੀ ਵਧੀਆ ਲੈਵਲ ਤੇ ਜਾ ਸਕਦੀ ਹੈ, ਹੈਗੀ ਹੈ। ਸੋ ਉਹ ਵੀ ਦੁਨੀਆ 'ਚ ਗੁਰਬਾਣੀ ਦਾ ਪ੍ਰਸਾਰ ਕਰ ਦਿੰਦੇ। ਸੋ ਇਹ ਤਾਂ ਇੱਕ ਅਜਿਹਾ ਟੈਸਟ ਮਾਡਲ, ਟੈਸਟ ਕੇਸ ਵੀ ਹੋ ਸਕਦਾ ਸੀ ਨਾ 3-4 ਮਹੀਨਿਆਂ ਦੇ ਵਿੱਚ। ਇੱਕ ਕੋਡ ਆਫ ਕੰਡਕਟ ਜਿਹਨੂੰ ਕਹਿੰਦਾ ਜੇ, ਇੱਕ ਐਗਰੀਮੈਂਟ ਸਾਈਨ ਹੁੰਦਾ ਸਾਰੇ ਚੈਨਲ ਦੇ ਨਾਲ। ਇਹ ਨਹੀਂ ਹੈ ਵੀ ਕਿਸੇ ਨੇ ਵੀ ਕਹਿਤਾ ਜੀ ਮੈਂ ਗੁਰਬਾਣੀ ਦਾ ਪ੍ਰਸਾਰਣ ਕਰਨਾ, ਉਹਨੂੰ ਦਿੱਤਾ ਜਾਏ, ਉਹਦੇ ਨਾਲ ਇੱਕ ਕਰਾਰ ਸਾਈਨ ਕੀਤਾ ਜਾਏ, ਉਸ ਦੀ ਇੱਕ ਪ੍ਰੋਫੈਸ਼ਨਲ ਸਟੈਂਡਿੰਗ ਦੇਖੀ ਜਾਏ, ਉਹਦੇ ਪੈਰਾਮੀਟਰਸ ਚੈੱਕ ਕੀਤੇ ਜਾਣ। ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਏ ਕਿ ਤੁਸੀਂ ਪਾਬੰਦ ਹੋ, ਤੁਸੀਂ ਗੁਰਬਾਣੀ ਨੂੰ ਮੋਨੇਟਾਈਜ਼ ਨਹੀਂ ਕਰੋਗੇ, ਤੁਸੀਂ ਅੱਗੇ ਪਿੱਛੇ ਇਸ਼ਤਿਹਾਰ ਨਹੀਂ ਚਲਾਓਗੇ, ਤੁਸੀਂ ਟਿਕਰ ਬੈਂਡ, ਲੋਅਰ ਬੈਂਡ ਨਹੀਂ ਚਲਾਓਗੇ। ਕਿਉਂਕਿ ਇਹ ਸਾਰੀਆਂ ਦੀ ਸਾਰੀ ਕੰਡੀਸ਼ਨਸ ਜੇ ਕੋਈ ਚੈਨਲ ਅੱਜ ਮੀਟ ਕਰਕੇ ਤਿਆਰ ਬੈਠਾ ਹੈ, ਇਹ ਸੱਦਾ ਤੱਕ ਨਹੀਂ ਕਿਸੇ ਨੇ ਉਹਨਾਂ ਨੂੰ ਦਿੱਤਾ। ਕਿਉਂਕਿ ਤੁਸੀਂ ਫਾਇਦਾ ਜਿਹੜਾ ਹੈਗਾ ਅਜੇ ਵੀ ਚਾਹੁੰਦੇ ਹੋ ਕਿ ਉਹ ਕਹਿੰਦੇ ਨਾ ਬਾਗ ਦੇ ਚੋਰ ਕੇ ਲੰਗੋਟੀ ਸੀ, ਉਹ ਵਾਲਾ ਕੰਮ ਹੋ ਗਿਆ ਵੀ ਅਜੇ ਵੀ ਜਾਂਦੇ ਜਾਂਦੇ ਵੀ 4-5 ਮਹੀਨੇ ਵੀ ਸਾਡੀ ਉਹ ਰਹਿ ਜਾਵੇ ਬਰਕਰਾਰ ਜਿਹੜੀ TRP ਹੈਗੀ ਨਾ PTC ਦੀ। 4-5 महीने या उससे ज़्यादा भी खिंच सकता है, क्या लगता है आपको? इट कैन ਆਈਡਲੀ ਵੈਸੇ SGPC ਦੇ ਚੈਨਲ ਲਈ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ, ਲੇਕਿਨ ਦੇਖੋ ਉਹਦੀ ਨਿਟੀ-ਗ੍ਰਿਟੀਜ਼ ਡਿਫਰੈਂਟ ਹੈਗੀਆਂ ਨੇ। ਜਿੱਥੇ ਤੱਕ ਮੇਰੀ ਜਾਣਕਾਰੀ, ਇੱਕ ਧਾਰਮਿਕ ਸੰਸਥਾ ਆਪਣੇ ਵੱਲੋਂ ਕੋਈ ਚੈਨਲ ਨਹੀਂ ਚਲਾ ਸਕਦੀ, ਉਹਨਾਂ ਨੂੰ ਕਿਸੇ ਇੱਕ ਬੋਡੀ ਇਨਕੋਰਪੋਰੇਟ ਕਰਕੇ ਇੱਕ ਪਾਰਟਿਕੂਲਰ ਕੰਪਨੀ ਬਣਾ ਕੇ ਉਸ ਦੇ ਵਿੱਚ ਆਉਣਾ ਪਏਗਾ। ਗਵਰਨਮੈਂਟ ਆਫ ਇੰਡੀਆ ਦੇ ਲੈਵਲ ਤੋਂ ਉਹਨਾਂ ਨੂੰ ਕੋਈ ਜ਼ਿਆਦਾ ਪ੍ਰੋਬਲਮ ਆਏਗੀ ਨਹੀਂ, ਕਿਉਂਕਿ ਉੱਥੋਂ ਉਹਨਾਂ ਨੂੰ ਪਰਮਿਸ਼ਨਸ ਬੜੀਆਂ ਕਲੀਅਰ ਮਿਲ ਜਾਣੀਆਂ ਨੇ। ਤੇ ਦੂਸਰੀ ਗੱਲ ਹੈ ਕਿ ਦੇਖੋ ਚੈਨਲ ਨੂੰ, ਸੈਟੇਲਾਈਟ ਚੈਨਲ ਨੂੰ ਚਲਾਉਣਾ, ਉਹਦੇ ਲਈ ਤੁਹਾਨੂੰ ਪ੍ਰੋਫੈਸ਼ਨਲ ਲੋਕ ਚਾਹੀਦੇ ਨੇ। ਤੁਸੀਂ ਇਹ ਕਹੋਗੇ ਜੀ SGPC ਦੇ ਪ੍ਰਧਾਨ ਜਾਂ SGPC ਦੇ ਜਿਹੜੇ ਕਿਉਂਕਿ ਇਹ ਕੁਐਸਚਨ ਆਇਆ ਸੀਗਾ SGPC ਨੂੰ, ਇੱਕ ਡਰਾਇਆ ਇਸ ਵਾਸਤੇ ਜਾਂਦਾ ਰਿਹਾ ਕਿ ਤੁਸੀਂ ਚੈਨਲ ਨਹੀਂ ਚਲਾ ਸਕਦੇ, ਬੜਾ ਔਖਾ ਕੰਮ ਹੈ। ਲੋਕ ਕਹਿੰਦੇ ਨੇ ਉਹ ਦੇਖੋ ਜੀ ਅਸੀਂ ਦੁਨੀਆ 'ਚ ਕਿੰਨਾ ਔਖਾ। ਮੈਂ ਪਿੱਛੇ ਦੇਖ ਰਿਹਾ ਸੀ PTC ਦੇ ਜਿਹੜੇ ਨੈਟਵਰਕ ਦੇ MD ਸਾਹਿਬ ਹੈਗੇ ਨੇ, ਉਹਨਾਂ ਨੇ ਬੜਾ ਇੱਕ ਕੰਪਲੀਕੇਟਡ ਜਿਹਾ ਚਾਰਟ ਬਣਾਇਆ। ਦੇਖੋ ਜੀ ਉਹਨਾਂ ਨੇ ਕਦੋਂ 36 ਡਾਟ ਬਣਾਤੇ, ਉਹ ਛਤਰੀਆਂ ਜੀਆਂ ਦਿਖਾਤੀਆਂ, ਯਾਰ ਦੇਖੋ ਕਿੰਨਾ ਕੰਪਲੈਕਸ ਹੈ। ਉਹ ਦਿਖਾ ਰਹੇ ਸੀ ਬੜਾ ਕੰਪਲੈਕਸ ਹੈ। ਇਹ ਨਹੀਂ ਪਤਾ ਵੀ ਭਾਰਤ ਦੇ ਵਿੱਚ 500-600 ਚੈਨਲ ਚੱਲਦਾ ਪਿਆ, ਸਾਰਿਆਂ ਦੀ ਡਿਸਟ੍ਰੀਬਿਊਸ਼ਨ ਐਵੇਂ ਹੁੰਦਾ ਪਿਆ। ਲੇਕਿਨ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ, ਦੇਖੋ ਕਿੰਨਾ ਔਖਾ ਕੰਮ ਹੈ। ਤਾਂ SGPC ਤੇ ਕੰਮ ਕਰ ਨਹੀਂ ਸਕਦੀ, ਵਿਚ ਇਜ਼ ਮਤਲਬ ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ SGPC ਮੈਡੀਕਲ ਕਾਲਜ ਚਲਾਉਂਦੀ ਹੈ, SGPC ਯੂਨੀਵਰਸਿਟੀ ਚਲਾਉਂਦੀ ਹੈ, SGPC ਇੰਸਟੀਟਿਊਸ਼ਨਸ, ਕਾਲਜਸ, ਸਕੂਲਸ ਚਲਾਉਂਦੀ ਹੈ। ਐਡੇ ਕੰਪਲੈਕਸ ਕੰਮ ਜਿਹੜਾ ਅਦਾਰਾ ਮੈਡੀਕਲ ਕਾਲਜ ਚਲਾ ਸਕਦਾ ਹੈ, ਜਿਹੜਾ ਅਦਾਰਾ ਯੂਨੀਵਰਸਿਟੀਆਂ ਰਨ ਕਰ ਸਕਦਾ ਹੈ, ਉਹਦੇ ਲਈ ਸੈਟੇਲਾਈਟ ਚੈਨਲ ਚਲਾਉਣਾ ਕੀ ਵੱਡੀ ਗੱਲ ਹੈ। ਤੇ ਨਾਲ ਸੈਟੇਲਾਈਟ ਚੈਨਲ ਖੁਦ SGPC ਦੇ ਪ੍ਰਧਾਨ ਨੇ ਤਾਂ CEO ਬਣ ਨਹੀਂ ਜਾਣਾ ਉਹਦਾ, ਉਹਦੇ ਲਈ ਤਾਂ ਉਹਨਾਂ ਨੂੰ ਇੱਕ ਪ੍ਰੋਫੈਸ਼ਨਲ ਟੀਮ ਹਾਇਰ ਕਰਨਗੇ ਤੇ ਉਹਨਾਂ ਤੋਂ ਕੰਮ ਲੈਣਗੇ। ਸੋ ਇੱਕ ਖਾਮਖਾ ਇਸ ਚੀਜ਼ ਨੂੰ, ਬਿਕੋਜ਼ ਦੇਰ ਆਰ ਸੋ ਮੈਨੀ ਵੈਸਟਡ ਇੰਟਰਸਟ ਹੈ। ਅੱਜ ਵੀ ਜਾਂਦੇ ਜਾਂਦੇ ਵੀ ਮੋਸਟ ਅਨਫੋਰਚੂਨੇਟ ਪਾਰਟੀਜ਼ ਕਿ 3-4 ਮਹੀਨੇ ਇੱਕ ਬੜਾ ਚੰਗਾ ਸਮਾਂ ਹੋ ਸਕਦਾ ਸੀਗਾ ਜਦੋਂ ਕਿ ਤੁਸੀਂ ਇੱਕ ਮਾਡਲ ਨੂੰ ਟਰਾਈ ਕਰ ਸਕਦੇ ਸੀ। ਕਿਉਂਕਿ ਮੈਂ ਇਸ ਚੀਜ਼ ਨੂੰ ਸ਼ੁਰੂ ਤੋਂ ਕਹਿੰਦਾ ਰਿਹਾ ਹਾਂ ਕਿ ਗੁਰਬਾਣੀ ਦੇ ਨਾਨ ਐਕਸਕਲੂਸਿਵ ਰਾਈਟਸ ਦੇਣ ਦੀ ਤੁਸੀਂ ਗੱਲ ਕਰੋ, SGPC ਦਾ ਆਪਣਾ ਸੈਟੇਲਾਈਟ ਚੈਨਲ ਵੀ ਹੋਵੇ, ਲੇਕਿਨ ਤੁਸੀਂ ਹੋਰ ਚੈਨਲਾਂ ਨੂੰ ਵੀ ਇਸ ਦੇ ਵਿੱਚ ਬਰਾਬਰਤਾ ਦਾ ਮੌਕਾ ਦਿਓ। ਠੀਕ ਹੈ, ਜੇ SGPC ਚਾਹੁੰਦੀ ਹੈ ਕਿ ਅੱਜ ਅਸੀਂ ਬਿਲਕੁਲ ਐਕਸਕਲੂਸਿਵ ਆਪਣੇ ਕੋਲ ਰੱਖਣਾ ਹੈ ਤਾਂ ਫਿਰ ਸਭ ਲਈ ਐਕਸਕਲੂਸਿਵ ਹੋਵੇ। ਕੱਲਾ ਸੁਖਬੀਰ ਸਿੰਘ ਬਾਦਲ ਦੇ ਚੈਨਲ ਲਈ ਉਹ ਪ੍ਰਸਾਰਣ ਅਗਲੇ 4 ਮਹੀਨੇ ਲਈ ਹੋਰ ਅਵੇਲੇਬਲ ਹੈ। ਉਹ ਕਹਿਣਗੇ ਚਲੋ ਜਿੱਥੇ 15 ਸਾਲ ਚਲਾ ਲਿਆ ਤੇ 4 ਮਹੀਨੇ ਹੋਰ ਸਹੀ, ਤੇ 4 ਦੇ ਜੇ 8 ਹੋ ਗਏ ਤੇ 8 ਦੇ 12 ਹੋ ਗਏ, ਉਸ ਸਥਿਤੀ ਦੇ ਵਿੱਚ ਕੀ ਕਰੋਗੇ? ਠੀਕ ਹੈ ਨਾ, ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੂੰ ਮਤਲਬ ਕਈ ਵਾਰ ਇਹ ਹੁੰਦਾ ਨਾ ਵੀ ਮਾਮਲਾ ਕੀ ਠੰਡਾ ਕਰਨ ਦੀ ਗੱਲ ਹੁੰਦੀ ਹੈ। 4 ਮਹੀਨੇ ਬਾਅਦ, 8 ਮਹੀਨੇ ਬਾਅਦ ਸ਼ਾਇਦ ਲੋਕ ਭੁੱਲ ਜਾਏ, ਹਾਲਾਤ ਕੁਝ ਬਦਲ ਜਾਣ, ਹੈ ਨਾ, ਰਾਜਨੀਤੀ ਕੁਝ ਬਦਲ ਜਾਵੇ। ਸੋ ਕਈ ਵਾਰ ਇਹ ਸੰਸੇ ਜਿਹੜੇ ਹੁੰਦੇ ਨੇ, ਤੇ ਗਿਵਨ ਦਾ ਫੈਕਟ ਕਿ SGPC ਦੀ ਲੀਡਰਸ਼ਿਪ ਨੇ ਕੋਈ ਐਡੀ ਮਜ਼ਬੂਤ ਕਮਿਟਮੈਂਟ ਦਿਖਾਈ ਨਹੀਂ ਹੈ। ਜਿਸ ਤਰੀਕੇ ਦੇ ਨਾਲ ਇਹ ਜਿਹੜੀ ਪ੍ਰੋਡਕਸ਼ਨ ਕੰਪਨੀ ਨੂੰ ਚੂਜ਼ ਕੀਤਾ ਗਿਆ, ਅੰਸ਼ਾਨੁਕ੍ਰਿਤੀ ਨਾਂ ਦੀ ਦਿੱਲੀ ਦੀ ਇੱਕ ਅਜਿਹਾ ਵੈਂਡਰ ਹੈ, ਬੇਸਿਕਲੀ ਇਕਵਿਪਮੈਂਟ ਸਪਲਾਇਰ, ਇਵੈਂਟ ਮੈਨੇਜਮੈਂਟ ਕੰਪਨੀ ਨੂੰ ਤੁਸੀਂ ਗੁਰਬਾਣੀ ਦੇ ਪ੍ਰਸਾਰਣ ਦਾ ਕੰਮ ਦਿੱਤਾ। ਇਹੀ ਉਹ ਕੰਪਨੀ ਹੈ ਜਿਸ ਦੀ ਜਿਹੜੇ ਆਪਣੇ ਲੋਕ ਹੈਗੇ ਨੇ, ਫੰਕਸ਼ਨਰੀਜ਼ ਨੇ, ਉਹਨਾਂ ਦੇ ਸਿੱਧੇ ਤਾਰ ਨੰਨੀ ਛਾਂ ਫਾਊਂਡੇਸ਼ਨ ਹਰਸਿਮਰਤ ਕੌਰ ਬਾਦਲ ਦੇ CEO ਦੇ ਨਾਲ ਜੁੜਦੇ ਨੇ। Everything stays in the family, ਹੈ ਸਭ ਕੁਝ ਇੱਕ ਪਰਿਵਾਰ ਦੇ ਵਿੱਚ ਹੈ। ਸੋ ਐਨੀ ਇਨਬਰੀਡਿੰਗ, ਮਤਲਬ ਆਈ ਮੀਨ ਦਿਸ ਇਜ਼ ਹਾਈਟ ਆਫ ਇਟ। ਤੇ ਅੱਜ ਨੋਬਡੀ ਇਜ਼ ਕੁਐਸਚਨਿੰਗ ਦੈਟ। SGPC ਨੇ ਅੱਜ ਤੱਕ ਕਿਸੇ ਦਾ ਜਵਾਬ ਨਹੀਂ ਦਿੱਤਾ। ਇਸ 'ਚ ਵੀਡੀਓ ਬਣ ਚੁੱਕੇ ਨੇ, ਇੱਥੇ ਲੋਕਾਂ ਨੇ ਸ਼ਰੇਆਮ ਦਿਖਾਇਆ ਹੈਗਾ ਕਿ ਦੇਖੋ ਇਹ ਫਲਾਂ ਕੰਪਨੀ ਹੈ, ਆਹ CEO ਦੀ ਨੰਨੀ ਛਾਂ ਦੀ CEO ਬੈਠੀ ਹੈ, ਆਹ ਕੰਪਨੀ ਹੈ, ਤੇ ਆਹ ਤੁਹਾਡੀ ਜਿਹੜੀ ਨਵੀਂ ਕੰਪਨੀ ਹੈ, ਤੁਸੀਂ ਉਹਨੂੰ ਦੁਬਾਰਾ ਚੱਕ ਕੇ ਰਾਈਟ ਦੇਤੇ ਜਿਹਦਾ ਕੋਈ ਤਜਰਬਾ ਨਹੀਂ, ਜਿਹਦਾ ਕੋਈ, ਕਹਿੰਦੇ ਜੀ ਅਸੀਂ ਬਹੁਤ ਕੰਪੀਟੀਟਿਵ ਬਿਡਿੰਗ। ਹੁਣ ਕੰਪੀਟੀਟਿਵ ਬਿਡਿੰਗ ਆ ਗਈ,
ਠੀਕ ਹੈ ਨਾ। ਇੱਕ ਕੰਪਨੀ ਨੇ 12.25 ਲੱਖ ਦਾ ਠੇਕਾ ਦੱਸਿਆ ਵੀ 12.25 ਲੱਖ ਰੁਪਏ ਮਹੀਨੇ 'ਚ ਅਸੀਂ ਕਰ ਦਾਂਗੇ, ਤੇ ਇਹ ਅਨੁਸ਼ਾਨੁਕ੍ਰਿਤੀ 12 ਲੱਖ ਰੁਪਏ ਦੀ ਆਪਣੀ ਕੋਰਟ ਲੈ ਕੇ ਆ ਜਾਂਦੀ ਹੈ। ਇਹ ਕੀ ਬਿਡਿੰਗ ਨਹੀਂ ਹੈ? ਇਜ਼ ਇਟ ਨਾਟ ਦੈਟ ਕੰਪੀਟੀਟਿਵ ਬਿਡਿੰਗ ਜਿਸ ਤੋਂ ਇੰਨੇ ਸਾਲ ਜਾਂ ਇੰਨੇ ਦਹਾਕੇ ਤੱਕ ਡਰਾ ਕੇ ਰੱਖਿਆ ਗਿਆ? ਤੁਸੀਂ ਮੁਕਾਬਲੇਬਾਜ਼ੀ ਨੂੰ ਰੋਕਿਆ। ਇਹ ਪ੍ਰੋਸੈਸ ਹੈ। ਮੁੱਦਾ ਗੁਰਬਾਣੀ ਦੇ ਪ੍ਰਸਾਰਨ ਦੀ ਬੋਲੀ ਲਾਉਣ ਦਾ ਨਹੀਂ ਹੈ। ਮੁੱਦਾ ਇਹ ਹੈ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਜਿਹੜਾ ਵੀ ਕੰਮ ਕਰਨਾ, ਤੁਹਾਡੀ ਪ੍ਰਕਿਰਿਆ ਦੇ ਵਿੱਚ ਇੱਕ ਟਰਾਂਸਪੇਰੈਂਸੀ ਚਾਹੀਦੀ ਹੈ। ਠੀਕ ਹੈ, SGPC ਮੇ ਨਾਟ ਬੀ ਅਕਾਊਂਟੇਬਲ ਟੂ ਦ ਪੀਪਲ, ਇਹ ਵੀ ਬੜੀ ਕਲੀਅਰ ਗੱਲ ਹੈ। ਇਟ ਮੇ ਨਾਟ ਫਾਲ ਅੰਡਰ ਦ ਰਾਈਟ ਟੂ ਇਨਫॉर्मेशन एक्ट, लेकिन संगत ਨੂੰ, पंथ ਨੂੰ, कौम ਨੂੰ तो उसकी जवाबदेही हैगी है ना। बिल्कुल बनती है। हाँ, तो अब जैसे आम आदमी पार्टी की गवर्नमेंट अभी ये भी सुर्खियों में है क्योंकि वहाँ पे भी सियासत हो रही है कि उन लोगों ने गुरुद्वारा एक्ट को अमेंड करके एक बिल पास किया पिछले महीने, और सबको ये समझ में आ रहा है कि जो एक फैमिली की इजारादारी है इस पे, इसको तोड़ने की कोशिश हो रही है इसके ज़रिए। लेकिन वहाँ पे भी जो है रोड़ा अटका दिया गया है क्योंकि गवर्नर्स ऑफिस ने बोला कि भाई आपका तो ये पूरा पेटेंटली इलीगल बोला है, सेशन इलीगल। हाँ, सेशन इलीगल था कि आपने जो है उसको अच्छे से उसको किया नहीं। अगर सेशन इलीगल है तो फिर जो 4 बिल पास हुए, क्या उसकी लीगैलिटी पे भी अब सवाल या निशान पैदा हो गया, जिस वजह से जो है SGPC भी नाखुश हैं कि भाई हमको इस पूरे प्रोसेस से बाहर रखा गया। लेकिन गवर्नमेंट बोल रही है कि भाई ये तो बिल्कुल वाजिब है, हमने जो भी बिल पास किया है। तो आपको क्या लगता है कि ये यहाँ पे भी एक कोशिश हुई थी तोड़ने की, लेकिन वहाँ पे भी जो है वो अब ਨਾਕਾਮ ਹੋਤੀ ਦਿਖ ਰਹੀ ਹੈ? ਇਹ ਕੀ ਲੱਗਦਾ ਹੈ? ਮੈਂ ਤਾਂ ਕਹਿੰਦਾ ਵੀ ਜੋ ਇੱਕ ਸ਼ਬਦ ਹੈ ਪੰਜਾਬੀ ਦੇ ਵਿੱਚ, ਥੋੜਾ ਕਰੂਡ ਜਿਹਾ ਸ਼ਬਦ ਹੈ, ਆਈ ਡੋਂਟ ਨੋ ਵੈਦਰ ਸਬਸਕ੍ਰਾਈਬਰਸ ਦੇ ਜਿਹੜੇ ਸਾਡੇ ਵਿਊਅਰਸ ਨੇ ਕਿਵੇਂ ਲੈਂਦੇ ਨੇ, ਉਹਨੂੰ ਕਹਿੰਦਾ ਗਦੀ ਗੇਟ। ਦੇयर ਇਜ਼ ਅ ਟਰਮ ਕਾਲਡ ਗਦੀ ਗੇਟ ਵਿਚ ਲੀਡਸ ਟੂ ਨੋਵੇਅਰ। ਤੇ ਭਗਵੰਤ ਮਾਨ ਉਹਨਾਂ ਨੇ ਜੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਹਿੰਦੇ ਪੂਰੇ ਦੀ ਪੂਰੇ ਐਕਸਰਸਾਈਜ਼ ਨੂੰ ਤੁਸੀਂ ਇੱਕ ਗਦੀ ਗੇਟ ਵਾਲੇ ਪਾਸੇ ਲੈ ਤੁਰੇ ਨੇ, ਬਿਕੋਜ਼ ਇਹ ਤੁਹਾਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਇੰਟਰਫੇਅਰ ਕਰਨ ਦਾ ਸਰਕਾਰਾਂ ਨੂੰ ਗਲਤ ਮੰਨਿਆ ਜਾਂਦਾ ਹੈ। ਇਟ ਇਜ਼ ਕੰਸੀਡਰਡ ਦੈਟ ਦ ਸਟੇਟ ਸ਼ੁੱਡ ਸਟੇ ਆਊਟ ਆਫ ਦ ਅਫੇਅਰਸ। ਜਿਹੜੀ ਗਵਰਨਮੈਂਟ ਨੇ, ਜਿਹੜੀਆਂ ਹੁਕੂਮਤਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ, ਦੇ ਹੈਵ, ਉਹਨਾਂ ਦਾ ਨੁਕਸਾਨ ਹੀ ਹੋਇਆ ਹੈ। ਨੁਕਸਾਨ ਟੂ ਦ ਐਕਸਟੈਂਟ ਕਿ ਤੁਸੀਂ ਧਾਰਮਿਕ ਮਾਮਲਿਆਂ 'ਚ ਇੰਟਰਫੇਅਰ ਕਰੋਗੇ, ਇਲਜ਼ਾਮ ਲੱਗਣਗੇ। ਸੋ ਭਗਵੰਤ ਮਾਨ ਸਰਕਾਰ ਨੂੰ ਪਹਿਲਾਂ ਤਾਂ ਇਹ ਜਿਹੜੇ ਕਾਨੂੰਨ ਲੈ ਕੇ ਆਏ ਗਏ, ਬੇਸਿਕਲੀ ਉਹਨਾਂ ਦਾ ਮਕਸਦ ਸਿਰਫ ਗੁਰਬਾਣੀ ਪ੍ਰਸਾਰਣ ਸੀ। ਉਹਨਾਂ ਨੂੰ ਹੋਰ ਕੋਈ ਚਿੰਤਾ ਨਹੀਂ ਹੈ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕੀ ਤਰਮੀਮਾਂ ਨੇ, ਕੀ ਕਰਨਾ ਹੈ, ਕੀ ਮਦਾਂ ਨੇ। ਉਹਨਾਂ ਦਾ ਸਿਰਫ ਇੱਕ ਮਕਸਦ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਦਾ ਜਿਹੜਾ ਏਕਾਧਿਕਾਰ ਟੁੱਟੇ। ਸੋ ਨੀਅਤ ਤਾਂ ਉਹਨਾਂ ਦੀ ਵੀ ਸਾਫ਼ ਸੀ ਵੀ ਏਕਾਧਿਕਾਰ ਟੁੱਟਣਾ ਚਾਹੀਦਾ, ਲੇਕਿਨ ਉਸ ਨੂੰ ਮਤਲਬ ਉਸ ਆਪਣੇ ਮੁਕਾਮ ਤੱਕ ਪਹੁੰਚਣ ਲਈ ਉਹਨਾਂ ਨੇ ਇੱਕ ਕਾਨੂੰਨ ਲਿਆਂਦਾ। ਇਸ ਦੇ ਨਾਲ ਹੋਰ ਵੀ ਕੰਟਰੋਵਰਸ਼ੀਅਲ ਜਿਹੜੇ ਲੈਜਿਸਲੇਸ਼ਨ ਲੈ ਕੇ ਆਏ। ਸੋ ਮੈਨੂੰ ਲੱਗਦਾ ਕਿ ਇਟ ਵਾਜ਼ ਅ ਨੀਡਲੈਸ ਲੈਜਿਸਲੇਸ਼ਨ। ਜੇ ਤੁਸੀਂ ਇਸ ਤਰੀਕੇ ਦੀ ਲੜਾਈ ਨੂੰ ਲੜਨਾ, ਤੁਸੀਂ ਪੋਲੀਟੀਕਲ ਲੈਵਲ ਤੇ ਲੜ ਸਕਦੇ ਹੋ, ਤੁਸੀਂ ਪੋਲੀਟੀਕਲ ਬਿਆਨਾਂ ਦੇ ਜ਼ਰੀਏ, ਤੁਸੀਂ ਆਪਣੀ ਲੀਡਰਸ਼ਿਪ ਦੇ ਜ਼ਰੀਏ ਕਰ ਸਕਦੇ ਹੋ। ਨਿਕਲਿਆ ਕੀ ਇਹਦਾ? ਐਟ ਦ ਐਂਡ ਆਫ ਦ ਡੇ ਹੋਇਆ ਕੀ? ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੁਲਾਇਆ, ਸੈਸ਼ਨ ਦੇ ਵਿੱਚ ਕਾਨੂੰਨ ਪਾਸ ਕਰਤੇ। ਕਾਨੂੰਨ ਪਾਸ, ਮੁੱਦਾ ਬੜਾ ਕਲੀਅਰ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਹੋਵੇ ਜਾਂ ਕੋਈ ਮੁੱਦਾ ਹੋਵੇ, SGPC ਦੀ ਮਰਜ਼ੀ ਜਾਂ SGPC ਦੀ ਸਹਿਮਤੀ ਤੋਂ ਬਗੈਰ ਤੁਸੀਂ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਅਜਿਹਾ ਕਾਨੂੰਨ ਨਹੀਂ ਲੈ ਕੇ ਆਂਦਾ ਹੈ। ਸੋ ਇਹਨਾਂ ਨੇ ਬਿਨਾਂ SGPC ਤੋਂ ਕੰਸਲਟੇਸ਼ਨ ਤੇ ਉਹ ਕਾਨੂੰਨ ਲਿਆ। SGPC ਨੇ ਇਤਰਾਜ਼ ਕੀਤਾ, SGPC ਨੇ ਦਾ ਵਿਰੋਧ ਕੀਤਾ। ਇਹ ਗੱਲਾਂ ਬਾਤਾਂ ਗਵਰਨਰ ਤੱਕ ਵੀ ਪਹੁੰਚੀਆਂ ਨੇ। ਸੋ ਗਵਰਨਰ ਨੇ ਤਾਂ ਹੁਣ ਕਹਿਤਾ ਕਿ ਤੁਸੀਂ SGPC ਛੱਡੋ, ਤੁਸੀਂ ਤਾਂ ਮੇਰੀ ਦੁਕਾਨ ਬੰਦ ਕਰਨ ਨੂੰ ਫਿਰਦੇ ਹੋ। ਉਹਨਾਂ ਨੂੰ ਕਹਿੰਦੇ ਤੁਸੀਂ ਵਾਈਸ ਚਾਂਸਲਰ ਨਹੀਂ ਲਾਣੇ, ਚਾਂਸਲਰ ਅਸੀਂ ਲਾਵਾਂਗੇ। ਠੀਕ ਹੈ ਨਾ। ਉੱਧਰ ਸੁਪਰੀਮ ਕੋਰਟ ਨੇ ਜਿਹੜੀਆਂ ਪੁਲਿਸ DGP ਦੀਆਂ ਚੋਣ ਦੀਆਂ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਉਹਨਾਂ ਨੂੰ ਸਬਵਰਟ ਕਰਨ ਦੀ ਕੋਸ਼ਿਸ਼ ਨੇ। ਸੋ ਗਵਰਨਮੈਂਟ ਤਾਂ ਇਸ ਦੇ ਵਿੱਚ ਹੋਰ ਮੈਨੂੰ ਕਹਿੰਦਾ ਕੜੀ ਘੋਲਣ ਵਾਲਾ ਕੰਮ ਕਰੀ ਜਾ ਰਹੀ ਹੈ। ਉਹਨਾਂ ਨੂੰ ਇਸ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਸੀ। ਜੇ ਹਾਂ ਐਟ ਦ ਬੈਸਟ ਉਹਨਾਂ ਦਾ ਜੇ ਇੱਕ ਹੱਕ ਬਣਦਾ ਸੀ ਕਿ ਇੱਕ ਪੋਲੀਟੀਕਲ ਲੈਵਲ ਦੇ ਉੱਤੇ ਇਹ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਸੀ, ਕਰਨੀਆਂ ਚਾਹੀਦੀਆਂ ਸੀ। ਇਸ ਮੁੱਦੇ ਨੂੰ ਟੇਕ ਅਪ ਕਰਨਾ ਚਾਹੀਦਾ, ਪੋਲੀਟੀਕਲ ਪਾਰਟੀਆਂ ਨੂੰ ਟੇਕ ਅਪ ਕਰਨਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਇੱਕ ਅਜਿਹਾ ਵਿਸ਼ਾ ਹੈ ਜਿਸ ਦੇ ਵਿੱਚ ਪੋਲੀਟੀਕਲ ਕੋਈ ਨੈਰੇਟਿਵ ਨਾ ਹੋਵੇ, ਖਾਸ ਕਰਕੇ ਉਸ ਸਥਿਤੀ ਦੇ ਵਿੱਚ ਜਦੋਂ ਕਿ ਉਸ ਦਾ ਏਕਾਧਿਕਾਰ ਹੋਵੇ, ਇੱਕ ਪਾਰਟੀ ਦੀ ਮਜ਼ਬੂਤ ਪਕੜ ਹੋਵੇ SGPC ਦੇ, SGPC ਦੀ ਡਿਸੀਜਨ ਮੇਕਿੰਗ ਦੇ ਵਿੱਚ ਇਨਟ੍ਰਾਂਸਪੇਰੈਂਸੀ ਹੋਵੇ, ਤਾਂ ਫਿਰ ਪੋਲੀਟੀਕਲ ਲੈਵਲ 'ਤੇ ਗੱਲਾਂ ਉੱਠਣਗੀਆਂ ਨਾ। ਫਿਰ ਤਾਂ ਪਬਲਿਕ ਮੰਚਾਂ ਤੋਂ ਗੱਲਾਂ ਉੱਠਣਗੀਆਂ। ਫਿਰ ਇਸ ਨੂੰ ਤੁਸੀਂ ਫਿਰ ਇੰਟਰਫੇਰੈਂਸ ਕਿਵੇਂ ਕਹਿ ਸਕਦੇ ਹੋ? ਹਾਂ, ਤੁਸੀਂ ਕਾਨੂੰਨ ਲੈ ਕੇ ਆਉਂਦੇ ਹੋ, ਕੁਝ ਅਜਿਹੀ ਗੱਲ ਕਰਦੇ ਹੋ ਵਿਚ ਇਜ਼ ਇਨਕਨਸਟੀਟਿਊਸ਼ਨਲ, ਕਹਿ ਲਓ ਕਿ ਉਹ ਜਿਹੜੀਆਂ ਐਗਜ਼ਿਸਟਿੰਗ ਨੋਰਮਸ ਦੇ ਖਿਲਾਫ ਹੈ। ਸੋ ਦੈਟ ਇਜ਼ ਵੇਅਰ ਦ ਪ੍ਰੋਬਲਮ ਰਾਈਟ। ਹੁਣ ਇਹਨਾਂ ਨੇ ਆਨੰਦ ਮੈਰਿਜ ਐਕਟ ਦੇ ਵਿੱਚ ਇੱਕ ਮੀਟਿੰਗ ਪਿੱਛੇ ਬੁਲਾ ਲਈ ਜਿਸ ਵਿੱਚ SGPC ਨੂੰ ਇਗਨੋਰ ਕਰਤਾ। ਸੋ ਤੁਸੀਂ ਕਰਨ ਦੀ ਆਈ ਥਿੰਕ ਵਾਟ ਇਜ਼ ਦ ਗਵਰਨਮੈਂਟ ਟਰਾਈਂਗ ਟੂ ਡੂ? ਸਰਕਾਰ ਵੀ ਦੇਖੋ ਗਲਤ ਪੰਗੇ ਲੈ ਰਹੀ ਹੈ। ਇਹ ਕੰਮ ਉਹਨਾਂ ਦੇ ਨਹੀਂ ਹੈਗੇ ਨੇ, ਤੇ ਉਹਨਾਂ ਨੂੰ ਜੇ ਇਸ ਚੀਜ਼ਾਂ ਕਰਨੀਆਂ ਨੇ ਤਾਂ SGPC ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਤੇ ਉਹਨਾਂ ਦੀ ਲੀਡਰਸ਼ਿਪ ਦੇ ਨਾਲ, SGPC ਤੋਂ ਬਗੈਰ ਤੁਸੀਂ ਥੋੜ੍ਹਾ ਨਾ ਕੰਮ ਕਰ ਲਓਗੇ ਜੋ ਕਿ ਸਿੱਖ ਧਰਮ ਦੇ ਨਾਲ ਜੁੜੇ ਹੋਏ ਕੰਮ ਹੈਗੇ ਨੇ। ਇਹ ਮੈਨੂੰ ਲੱਗਦਾ ਵੀ ਸਰਕਾਰ गलत ट्रैक पे। लेकिन जो एक दूसरा सवाल भी यहाँ पे पैदा होता है और बहुत लोग ये कहते भी हैं कि जब कि SGPC में इलेक्शंस ही नहीं हो रहे कितने टाइम से,
तो अगर कोई चेंज भी लाना है वो आएगा कैसे, अगर वो वहाँ पे ही कंप्लीटली ओपेक है प्रोसेस और एक फैमिली का कंट्रोल बहुत ज़्यादा है उस पर, तो अगर उनको भी अगर डिसीजन मेकिंग में शामिल करना है तो फिर उस हिसाब का क्या कोई उम्मीद भी कर सकता है कि कुछ अच्छा फेवरेबल कुछ निकल के आउटकम उसका होगा। तो ऐसे सिचुएशन में आप बिल्कुल, आपकी बात सही है कि एक पॉलिटिकल इसका सोल्यूशन होना चाहिए, ना कि लेजिस्लेटरी होना चाहिए। लेकिन जहाँ पे वहीं पे ट्रांसपेरेंसी नहीं है तो कोई चेंज कैसे करे, तो फिर एक बहुत एक दुविधा वाली सिचुएशन नहीं हो गई है, आपको नहीं लगता है? ਬਿਲਕੁਲ ਠੀਕ ਕਹਿ ਰਹੇ हैं, ਬਹੁਤ ਰੈਲੇਵੈਂਟ ਆਬਜ਼ਰਵੇਸ਼ਨ ਹੈ ਤੁਹਾਡੀ, ਕਿਉਂਕਿ ਐਸਜੀਪੀਸੀ ਚੋਣ ਹੋਏ ਨੂੰ ਕਿੰਨੇ ਸਾਲ ਹੋ ਚੁੱਕੇ ਨਾ, ਉਹ ਟਰਮ ਜਿਹੜੀਆਂ ਹੁੰਦੀਆਂ ਨੇ ਹਰ 5 ਸਾਲ ਬਾਅਦ ਇਲੈਕਸ਼ਨ ਹੋਵੇ, ਉਹ ਚੀਜ਼ ਤਾਂ ਹੋ ਨਹੀਂ ਰਹੀ। ਸੋ ਲੋਕਾਂ ਦਾ ਮੂਡ ਕੀ ਹੈ, ਲੋਕਾਂ ਦੀ ਨਬਜ਼ ਤੁਸੀਂ ਦੇਖੋ ਨਾ, ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜੋ ਕਿ ਜਦੋਂ ਤਾਂ ਗੁਰਦੁਆਰਿਆਂ ਦੇ ਇਲੈਕਸ਼ਨ ਲੜਨੇ ਹੁੰਦੇ ਨੇ ਤਾਂ ਇਹ ਪੰਥਕ ਪਾਰਟੀ ਬਣ ਜਾਂਦੇ ਨੇ, ਤੇ ਜਦੋਂ ਇਹਨਾਂ ਨੇ ਪਾਰਲੀਮੈਂਟ ਦਾ ਤੇ ਵਿਧਾਨ ਸਭਾ ਦਾ ਇਲੈਕਸ਼ਨ ਲੜਨਾ ਹੁੰਦਾ ਤਾਂ ਇਹ ਸੈਕੂਲਰ ਪਾਰਟੀ ਹੁੰਦੇ ਨੇ ਐਸ ਪਰ ਦ ਅੰਡਰਟੇਕਿੰਗ ਇਹਨਾਂ ਨੇ ਖੁਦ ਦਿੱਤੀ ਹੋਈ ਨਾ ਕਨਸਟੀਟਿਊਸ਼ਨ। ਸੋ ਇੱਕ ਸੈਕੂਲਰ ਪਾਰਟੀ ਤੇ ਇੱਕ ਪੰਥਕ ਪਾਰਟੀ ਦੇ ਵਿੱਚ ਕਿੱਡਾ ਵੱਡਾ ਦੋਹਰਾ ਸੰਵਿਧਾਨ, ਇਟ ਇਜ਼ ਅ ਡਿਊਲ ਦੋਗਲੀ ਗੱਲ ਜੀ ਹੋ ਗਈ ਨਾ। ਇਸ ਦਾ ਮਤਲਬ ਕਿ ਤੁਹਾਡੇ ਦੋ ਧਾਰੀ, ਤੁਸੀਂ ਉਹ ਗੁਰਦੁਆਰਿਆਂ 'ਚ ਤੁਸੀਂ ਪੰਥਕ ਹੋ ਤੇ ਪਾਰਲੀਮੈਂਟ ਦੇ ਵਿੱਚ ਤੁਸੀਂ ਸੈਕੂਲਰ ਹੋ। ਸੋ ਜਦੋਂ ਉਸ ਸਥਿਤੀ ਦੇ ਵਿੱਚ ਐਸਜੀਪੀ ਅਕਾਲੀ ਦਲ ਜਿਹੜਾ ਹੈਗਾ ਉਹ ਡੋਮੀਨੈਂਟ ਹੈ, ਤੇ ਪੋਲੀਟੀਕਲੀ ਉਹਨਾਂ ਨੂੰ ਕੋਲ ਇਸ ਵਕਤ 3 ਵਿਧਾਇਕ ਰਹਿ ਗਏ ਨੇ। ਇਹ ਹਿਸਟਰੀ ਦੇ ਵਿੱਚ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਿਸਟਰੀ ਦੇ ਵਿੱਚ ਇਸ ਤੋਂ ਵਰਸਟ ਪਰਫਾਰਮੈਂਸ ਨਹੀਂ, ਉਹ ਕਦੇ ਸਿੰਗਲ ਡਿਜਿਟ 'ਚ ਨਹੀਂ ਆਏ ਸੀਗੇ। ਦੇ ਵਰ ਨੈਵਰ ਆਊਟ ਆਫ ਫੇਵਰ ਵਿਦ ਦ ਪੰਜਾਬ ਇਲੈਕਟੋਰੇਟ। ਲੇਕਿਨ 2 ਇਲੈਕਸ਼ਨ ਹੋ ਚੁੱਕੇ ਨੇ, ਪਿਛਲਾ ਇਲੈਕਸ਼ਨ 2017 ਤੇ 2022, 3 ਉਹਨਾਂ ਦੇ ਵਿਧਾਇਕ ਹੈਗੇ ਨੇ। ਅਕਾਲੀ ਦਲ ਬੈਡਲੀ ਡਿਸਕ੍ਰੈਡਿਟ ਬਿਕੋਜ਼ ਆਫ ਬੇਦਬੀ ਐਂਡ ਅਦਰ ਇਸ਼ੂਜ਼। ਸੋ ਉਹ ਪਾਰਟੀ ਜਿਹਨੂੰ ਪੋਲੀਟੀਕਲ ਲੈਵਲ ਦੇ ਉੱਤੇ ਉਹਦੇ ਕੋਲ ਆਕਸੀਜਨ ਵੀ ਮੈਨੂੰ ਲੱਗਦਾ ਉੱਡਾ ਨਹੀਂ ਹੈ, ਲੇਕਿਨ ਸਟਿਲ ਉਹ ਐਸਜੀਪੀਸੀ ਨੂੰ ਰੂਲ ਕਰ ਰਹੀ ਹੈ, ਗਵਰਨ ਕਰ ਰਹੀ ਹੈ। ਸੋ ਜਿਹੜਾ ਟੈਸਟਿੰਗ ਦ ਵਾਟਰਸ ਹੈ, ਯਾਨੀ ਕਿ ਗਰਾਊਂਡ ਦਾ ਜਿਹੜਾ ਸੈਂਟੀਮੈਂਟ ਹੈ, ਉਸ ਦੀ ਪਰਖ ਕਿਸਨੇ ਕੀਤੀ ਹੈ? ਉਹੀ 10-10, 12-12, 15-15 ਸਾਲ ਪਹਿਲਾਂ ਚੁਣੇ ਹੋਏ ਜਿਹੜੇ ਮੈਂਬਰਸ ਨੇ ਉਹੀ ਤੁਰਿਆ ਰਹੇ ਹੈਗੇ ਨੇ। ਸੋ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜਾਂ ਕੋਈ, ਠੀਕ ਹੈ, ਇਹ ਇੱਥੇ ਗਵਰਨਮੈਂਟ ਆਫ ਇੰਡੀਆ ਦਾ ਇੱਕ ਬੜਾ ਵੱਡਾ ਫਾਲਟ ਹੈ। ਹੁਣ ਇੱਥੇ ਗਵਰਨਮੈਂਟ ਆਫ ਇੰਡੀਆ ਕਦੋਂ ਐਸਜੀਪੀਸੀ ਦੇ ਇਲੈਕਸ਼ਨ, ਕਿਉਂਕਿ ਇਹ ਬੇਸਿਕਲੀ ਦੇ ਆਰ ਪਾਰਲੀਮੈਂਟ ਦੇ ਐਕਟ ਦੇ ਤਹਿਤ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਇੱਕ ਜੁਆਇੰਟ ਸੈਕਟਰੀ ਜਾਂ ਡੈਪੂਟੀ ਸੈਕਟਰੀ ਲੈਵਲ ਦਾ ਇੱਕ ਆਫਿਸਰ ਹੈ ਜੋ ਕਿ ਓਵਰਸੀ ਕਰਦਾ ਹੈ ਗੁਰਦੁਆਰਾ ਅਫੇਅਰਸ ਨੂੰ, ਐਸਜੀਪੀਸੀ ਦੇ ਗੁਰਦੁਆਰੇ ਦੇ ਅਫੇਅਰਸ ਨੂੰ। ਸੋ ਇਹ ਜਦੋਂ ਵੀ ਇਲੈਕਸ਼ਨ ਕਰਾਉਣਾ ਇਹ ਉਹਨਾਂ ਨੇ ਡਿਸੀਜਨ ਲੈਣਾ ਹੈ। ਇੱਕ ਵੈਸੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੀ ਹੈ, ਲੇਕਿਨ ਇੰਨੇ ਸਾਲਾਂ ਤੋਂ ਇਲੈਕਸ਼ਨ ਨਹੀਂ ਹੋ ਰਿਹਾ, ਨੋਬਡੀ ਸਕੇਅਰਡ। ਤੁਸੀਂ ਸੋਚੋ ਵੀ ਜਿੱਥੇ ਕੋਈ ਪ੍ਰਕਿਰਿਆ ਨਹੀਂ, ਪ੍ਰਕਿਰਿਆ ਤਾਂ ਹੈਗੀ ਹੈ, ਲੇਕਿਨ ਤੁਸੀਂ ਜੇ 10-10, 12-12 ਸਾਲ ਤੋਂ ਕਿਸੇ ਸਟੇਟ ਦੇ ਵਿੱਚ ਆਪਾਂ ਪੋਲੀਟੀਕਲੀ ਗੱਲ ਕਰ ਲੈਂਦੇ ਹਾਂ, ਜੇ ਇਲੈਕਸ਼ਨ ਹੀ ਨਾ ਕਰਾਓ ਤਾਂ ਫਿਰ ਉਸ ਮੈਂਡੇਟ ਨੂੰ ਤੁਸੀਂ ਕੀ ਮੰਨੋਗੇ? ਕਿਉਂਕਿ ਉਹ ਮੈਂਡੇਟ ਤਾਜ਼ਾ ਹੈ, ਉਹ ਮੈਂਡੇਟ ਐਕਟਿਵ ਹੈ, ਉਹ ਮੈਂਡੇਟ ਆਪਣੀ ਜਿਸ ਨੂੰ ਕਹਿੰਦਾ ਕਿ ਇੱਕ ਐਕਸਟੈਂਸ਼ਨ ਦੇ ਉੱਤੇ ਚੱਲਦਾ ਪਿਆ ਮੈਂਡੇਟ ਹੈ, ਫਿਰ ਉਸਨੂੰ ਕੋਈ ਮੰਨੇ ਕਿਉਂ ਮੰਨੇ, ਨਾ ਮੰਨੇ ਕਿਉਂ ਨਾ ਮੰਨੇ। ਸੋ ਇੱਕ ਬੜੇ ਵੱਡੇ ਇੱਕ ਭੰਬਲ ਭੂਸੇ ਜਿਹੇ ਦੇ ਵਿੱਚ ਗੱਲਬਾਤ ਆ ਕੇ ਖੜੀ ਹੋ ਜਾਂਦੀ ਹੈ। ਐਂਡ ਔਨ ਦਾ ਟੌਪ ਆਫ ਇਟ ਤੇ ਜਿੰਨੇ ਵੀ ਡਿਸੀਜਨ ਲੈਣੇ ਨੇ ਉਹ ਬੜੇ ਕ੍ਰਿਟੀਕਲ ਇਸ਼ੂਜ਼ ਹੈਗੇ ਨੇ। ਸੋ ਕ੍ਰਿਟੀਕਲ ਇਸ਼ੂਜ਼ ਤੇ ਡਿਸੀਜਨ ਲੈਣੇ ਨੇ। ਇਹ ਦੂਸਰੇ ਪਾਸੇ ਫਿਰ ਐਸਜੀਪੀਸੀ ਦੀ ਸੁਣਦਾ ਨਹੀਂ ਕੁਝ। ਬਹੁਤ ਸੇ ਐਸੇ ਲੋਕ ਨੇ ਜੋ ਕਿ ਖੁੱਲ੍ਹ ਕੇ ਐਸਜੀਪੀਸੀ ਨੂੰ ਭੰਡਦੇ ਨੇ। ਸੋ ਉਸ ਤਰੀਕੇ ਦੀ ਇੱਕ ਜਿਹੜੀ ਮੈਂਡੇਟ ਹੈ, ਕਮਾਂਡ ਹੈ, ਉਹ ਵੀ ਨਹੀਂ ਤੁਸੀਂ ਇੰਜੋਏ ਕਰਦੇ ਹੋ, ਠੀਕ ਹੈ ਨਾ। ਸੋ ਕ੍ਰਿਟਿਸਿਜ਼ਮ ਤੁਹਾਡਾ ਵੀ ਹੋ ਰਿਹਾ ਹੈ, ਤੁਹਾਡੇ ਨੀਤੀਆਂ ਦਾ ਵੀ ਹੋ ਰਿਹਾ ਹੈ, ਐਂਡ ਤੁਸੀਂ ਸਾਹਮਣਾ ਕਰਨਾ ਚਾਹ ਨਹੀਂ ਰਹੇ ਹੋ ਇਲੈਕਸ਼ਨ ਦਾ। ਤੁਸੀਂ ਨਹੀਂ ਚਾਹ ਰਹੇ ਹੋ ਜਾਂ ਕਹਿ ਲਓ ਵੀ ਸਰਕਾਰਾਂ ਨਹੀਂ ਚਾਹ ਰਹੀਆਂ, ਜੋ ਵੀ ਹੈ, ਬਟ ਆਈ ਥਿੰਕ ਇਟ ਕਾਲਸ ਫਾਰ ਐਨ ਅਰਲੀ ਐਸਜੀਪੀਸੀ ਇਲੈਕਸ਼ਨ ਜੋ ਕਿ ਮੇਨ ਇੱਕ ਹੱਲ ਹੋਏਗਾ। ਉਹਦੇ ਜ਼ਰੀਏ ਠੀਕ ਹੈ, ਜਿਹੜੀ ਵੀ ਪਾਰਟੀ 'ਚ ਦਮ ਹੋਏਗਾ ਉਹ ਅਗਲੇ ਜ਼ਿਆਦਾ ਆਪਣੇ ਮੈਂਬਰ ਚੁਣ ਕੇ ਆ ਜਾਣਗੇ। ਬਟ ਜੇ ਤੁਸੀਂ ਇਲੈਕਸ਼ਨ ਹੀ ਨਹੀਂ ਕਰਵਾ ਰਹੇ ਤਾਂ ਉਸ ਤੋਂ ਬਾਅਦ ਫਿਰ ਔਨ ਟੌਪ ਆਫ ਇਟ ਐਡੇ ਵੱਡੇ ਕ੍ਰਿਟੀਕਲ ਡਿਸੀਜਨ ਤੁਸੀਂ ਲੈ ਰਹੇ ਹੋ, ਤੇ ਉਸ ਤੋਂ ਬਾਅਦ ਉਹ ਜਿਹੜੀ ਪੂਰੀ ਦੀ ਪੂਰੀ ਪ੍ਰਕਿਰਿਆ ਹੈ ਉਹ ਪੂਰੀ ਓਪੇਕ ਹੈਗੀ ਹੈ। ਉਹਦੇ ਵਿੱਚ ਕੋਈ ਪਾਰਦਰਸ਼ਿਤਾ ਨਹੀਂ। ਤੁਸੀਂ ਕਿਹਨੂੰ ਦੇ ਰਹੇ ਹੋ ਠੇਕੇ, ਕੌਣ ਲੈ ਰਿਹਾ ਹੈ, ਕਿੱਥੇ ਪਿੱਛੋਂ ਸ਼ੈਲ ਕੰਪਨੀਆਂ ਖੜੀਆਂ ਕਰ ਕਰਕੇ ਉਹੀ मतलब लेबल बदल बदल के बंदे सामने आ ही जा रहे हैं। हाँ, जब डायनेस्टिक पॉलिटिक्स की बात होती है, लेकिन सरप्राइजिंगली इन सब चीज़ों के बारे में बात कभी होती नहीं कि भाई एक डायनेस्टी जो है चला रही है, लेकिन तो इसके बारे में लेकिन कभी बात होती नहीं है। डायनेस्टिक पॉलिटिक्स में यूजुअली आपने कांग्रेस पार्टी के लोगों के बारे में ही ज़्यादा बातें होती हैं। बट ये मेरे ख्याल से ये विवाद तो अभी चलेगा कुछ दिनों तक, कम से कम जो अभी हम देख पा रहे हैं कि गवर्नर की तरफ से भी बोला गया है और आम आदमी पार्टी गवर्नमेंट ने भी बोला है कि भाई किसी भी सूरत में ये तो पास होंगे और हम देखेंगे। तो हम देखेंगे करके उन्होंने छोड़ दिया है। आने वाले दिनों में हम देखेंगे किस तरफ ये विवाद मुड़ता है। लेकिन इस चर्चा में जुड़ने के लिए बहुत बहुत शुक्रिया रितेश जी। थैंक यू जी। आप सबका भी बहुत बहुत शुक्रिया अपना कीमती वक्त हमें देने के लिए।